ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਉਹੀ ਤੁਹਾਡੇ ਵਾਲੀ ਗੱਲ ਵੀ ਜਦੋਂ ਸੜਕਾਂ 'ਤੇ ਖਿੱਲਰ ਜਾਣਗੇ ਫਿਰ ਅਸੀਂ ਬੋਲਾਂਗੇ, ਫਿਰ ਧਰਨੇ ਲਾਵਾਂਗੇ, ਫਿਰ ਮੋਰਚੇ ਲਾਵਾਂਗੇ, ਫਿਰ ਸਿੱਖ ਵੀ ਸ਼ਹੀਦ ਕਰਾਵਾਂਗੇ ਆਪਣੇ, ਕਿਉਂਕਿ ਪ੍ਰਸ਼ਾਸਨ ਨਾਲ ਸਾਡੀ ਟੱਕਰ ਹੋਣੀ ਹੈ। ਫਿਰ ਤੁਸੀਂ ਇਨਸਾਫ ਮੰਗਣਾ, ਅਸੀਂ ਪਹਿਲਾਂ ਕਿਉਂ ਨਹੀਂ ਬੋਲਦੇ? ਇਸ ਕਰਕੇ ਇਹ ਨੌਜਵਾਨੀ ਤੁਰੀ ਆ ਵੀ ਅਸੀਂ ਬਾਅਦ 'ਚ ਤੁਰਨ ਨਾਲੋਂ ਬਾਅਦ 'ਚ ਸੱਪ ਲੰਘ ਜਾਂਦਾ, ਅਸੀਂ ਲੀਕ ਪਿੱਟਣ ਬਹਿ ਜਾਂਦੇ ਹਾਂ। ਅਸੀਂ ਪਹਿਲਾਂ ਕਿਉਂ ਨਹੀਂ ਬੋਲਦੇ ਕੁਛ? ਜੋ ਇੱਕ ਢਾਂਚਾ ਤਿਆਰ ਕੀਤਾ ਗਿਆ ਵਾ ਉਹਦੇ ਮੁਤਾਬਕ ਜ਼ਿਲ੍ਹਾ ਵਾਈਜ਼ ਪ੍ਰਧਾਨ ਲਾਏ ਜਾਣਗੇ। ਸਾਡੀ ਕੋਸ਼ਿਸ਼ ਬਾਅਦ ਤਹਿਸੀਲ ਵਾਈਜ਼ ਵੀ ਆ, ਸਬ ਤਹਿਸੀਲ ਵਾਈਜ਼ ਵੀ ਆ। ਹੌਲੀ ਹੌਲੀ ਗਰੋਥ ਕਰਦੇ ਹੋਏ ਜਿਵੇਂ ਮਾਰੇ ਹੁਕਮ ਕਰਨਗੇ, ਸੇਵਾਵਾਂ ਚੱਲਦੀਆਂ ਰਹਿਣਗੀਆਂ। ਜਥੇਬੰਦੀਆਂ ਬਹੁਤ ਜ਼ਿਆਦੀਆਂ ਇਕੱਠੀਆਂ ਹੋ ਰਹੀਆਂ, ਤੁਹਾਨੂੰ ਲੱਗਦਾ ਇਕੱਠੇ ਤੁਰਨਾ ਬਹੁਤ ਸੌਖਾ ਹੋਊਗਾ? ਜਿਵੇਂ ਕਿ ਪਰਮਜੀਤ ਅਕਾਲੀ ਨੇ ਕਿਹਾ ਕਿ ਦੌੜ ਸਾਰਿਆਂ ਦੀ ਹੋਣੀ ਕਿ ਮੈਂ ਅੱਗੇ ਹੋਵਾਂ, ਮੇਰੀ ਪਾਰਟੀ ਅੱਗੇ ਹੋਵੇ, ਪਰ ਇੱਕ ਯੂਥ ਬਣਾ ਕੇ, ਯੂਥ ਵਿੰਗ ਬਣਾ ਕੇ ਕਿਹੜਾ ਕੀਤਾ ਜਾ ਰਿਹਾ, ਫਿਰ ਵੀ ਕੋਸ਼ਿਸ਼ਾਂ ਤਾਂ ਹੋ ਹੀ ਸਕਦੀਆਂ ਨਾ ਕਿਤੇ ਕਿ ਮੇਰੀ ਪਾਰਟੀ ਹੀ ਅੱਗੇ ਆ। ਜਿਵੇਂ ਗੁਰੂ ਸਾਹਿਬ ਨੇ ਸਿਆਸਤ ਵੀ ਕੀਤੀ ਹੈ ਤੇ ਧਰਮ ਨੂੰ ਵੀ ਮਹਾਰਾਜ ਨੇ ਉੱਚਾ ਰੱਖਿਆ। ਸਾਨੂੰ ਸਿਆਸਤ ਨੂੰ ਨੀਵਾਂ ਰੱਖ ਕੇ ਧਰਮ ਨੂੰ ਉੱਚਾ ਰੱਖ ਕੇ ਧਰਮ ਦੇ ਨਾਲ ਨਾਲ ਸਿਆਸਤ ਵੀ ਸਾਨੂੰ ਬਹੁਤ ਜ਼ਰੂਰੀ ਆ। ਤੇ ਇਹ ਜਿਹੜੇ ਸਾਨੂੰ ਅਹੁਦੇਦਾਰੀਆਂ ਨੇ ਇੱਕ ਪਾਸੇ ਰੱਖ ਕੇ ਸਾਨੂੰ ਤੁਰਨਾ ਪੈਣਾ ਤੇ ਫਿਰ ਸਾਨੂੰ ਪ੍ਰਾਪਤੀ ਹੋ ਸਕਦੀ। ਇਹ ਅਸੀਂ ਚਾਹਾਂਗੇ ਜ਼ਰੂਰ ਕਿ ਜਿਹੜੀ ਵੀ ਪਾਰਟੀ ਸਾਡੀਆਂ ਮੰਗਾਂ ਨੂੰ, ਸਾਡੇ ਕੁਝ ਮੰਗਾਂ ਹੋਣਗੀਆਂ, ਜਿਹੜੀ ਵੀ ਪਾਰਟੀ ਉਹਦੇ 'ਤੇ ਸਾਡਾ ਸਮਰਥਨ ਕਰੂਗੀ, ਅਸੀਂ ਹੋ ਸਕਦਾ ਕਿ ਉਹਨਾਂ ਨੂੰ ਅਸੀਂ ਸਮਰਥਨ ਦੇਵਾਂਗੇ। ਸਿੱਖ ਯੂਥ ਪਾਵਰ ਇਹ ਇੱਕ ਪਾਵਰ ਬਣਾਈ ਗਈ ਹੈ, ਯੂਥ ਦੀ ਪਾਵਰ ਬਣਾਈ ਗਈ ਹੈ, ਜਿੱਥੇ ਸਾਰੇ ਸਿੰਘ ਹੋਣਗੇ, ਇਕੱਠੇ ਹੋਣਗੇ ਤੇ ਉਹਦੇ ਮਗਰ ਤੁਰਨਗੇ। ਜਿਹੜਾ ਬੰਦਾ ਗਲਤ ਆ ਉਹ ਤੇ ਗਲਤ ਆ, ਪਰ ਜਿਹੜਾ ਸਹੀ ਆ ਜਿਹਦੇ ਤੇ ਨਜਾਇਜ਼ ਧੱਕਾ ਹੁੰਦਾ ਹੈ, ਯੂਥ ਜਿਹੜਾ ਇਹ ਪਾਵਰ ਹੈ, ਇਹ ਸਾਡੀ ਪਾਵਰ ਬਣਾਈ ਗਈ ਹੈ, ਯੂਥ ਦੀ ਪਾਵਰ ਬਣਾਈ ਗਈ ਹੈ। ਇਹ ਜਿਹੜੀ ਪਾਵਰ ਹੈ ਸਿੱਖਾਂ ਲਈ ਆ ਤੇ ਸਿੱਖਾਂ ਦੇ ਹੋਣ ਦੇ ਜ਼ੁਲਮ ਦੇ ਲਈ ਇਹ ਪਾਵਰ ਬਣਾਈ ਗਈ ਹੈ। ਜਿੰਨੇ ਸਿੰਘ ਸਾਡੇ ਨਾਲ ਜੁੜਨਗੇ, ਆਪਾਂ ਜਿਹੜੇ ਧੱਕੇਸ਼ਾਹੀਆਂ ਗੌਰਮੈਂਟਾਂ ਦੀਆਂ ਉਹਨਾਂ ਨੂੰ ਰੋਕਿਆ ਜਾ ਸਕੇ। ਧੱਕੇਸ਼ਾਹੀਆਂ ਤਾਂ ਆ ਵੀ ਉਹਨਾਂ ਨੂੰ ਪਤਾ ਵਾ ਵੀ ਇਹ ਵੰਡੇ ਹੋਏ ਸਿੰਘ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਲਤਾਨਵਿੰਡ ਗੁਰਦੁਆਰਾ ਅਟਾਰੀ ਸਾਹਿਬ ਵਿੱਚ ਇਸ ਟਾਈਮ 'ਤੇ ਖੜੇ ਹੈਗੇ ਆ, ਜਿੱਥੇ ਇੱਕ ਮੀਟਿੰਗ ਸੀ। ਮੀਟਿੰਗ ਦੇ ਵਿੱਚ ਮਤਾ ਪਾਇਆ ਗਿਆ, ਉਹਦੇ ਵਿੱਚ ਇੱਕ ਜਥੇਬੰਦੀ ਹੋਣ ਦੇ ਵਿੱਚ ਆਉਂਦੀ ਆ ਸਿੱਖ ਯੂਥ ਪਾਵਰ ਆਫ ਪੰਜਾਬ। ਕੀ ਬਣਾਉਣ ਦਾ ਮਕਸਦ ਸੀ? ਜਥੇਬੰਦੀਆਂ ਦੇ ਨੁਮਾਇੰਦੇ ਕਿਹੜੇ ਹੋਣਗੇ? ਇਹਦੇ ਵਾਸਤੇ ਸਾਡੇ ਨਾਲ ਗੱਲ ਕਰਨ ਵਾਸਤੇ ਪਰਮਜੀਤ ਸਿੰਘ ਅਕਾਲੀ ਜੁੜ ਚੁੱਕੇ ਹੈਗੇ ਆ। ਹੋਰ ਨੁਮਾਇੰਦਿਆਂ ਦੀ ਕਿਹੜੀ ਜ਼ਿੰਮੇਵਾਰੀ ਲਾਈ ਜਾਊਗੀ? ਕਿ ਪਹਿਲੋਂ ਜ਼ਿੰਮੇਵਾਰੀਆਂ ਥੋੜ੍ਹੀਆਂ ਸੀ ਜਿਹੜੀਆਂ ਹੋਰ ਜਥੇਬੰਦੀਆਂ ਬਣਾਈਆਂ ਗਈਆਂ, ਜਾਂ ਜਥੇਬੰਦੀਆਂ ਘੱਟ ਸੀ? ਜੇ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਵੱਖੋ ਵੱਖਰੀਆਂ ਜਥੇਬੰਦੀਆਂ ਨੁਮਾਇੰਦੇ ਪਹੁੰਚੇ ਹੈਗੇ ਆ। ਜਿਹੜੇ ਨਹੀਂ ਪਹੁੰਚੇ, ਕੀ ਕਾਰਨ? ਉਹ ਕਿਉਂ ਨਹੀਂ ਪਹੁੰਚ ਸਕੇ ਇੱਥੇ? ਕੀ ਸਾਰਿਆਂ ਦੀ ਇਕਜੁੱਟਤਾ ਹੋ ਸਕਦੀ ਆ? ਹਮੇਸ਼ਾ ਹੀ ਅਸੀਂ ਗੱਲ ਕਰਦੇ ਹਾਂ, ਜਦੋਂ ਵੀ ਕਿਤੇ ਕੌਮ ਨੂੰ ਲੋੜ ਪੈਂਦੀ, ਅਸੀਂ ਕਹਿੰਦੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ, ਅਸੀਂ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਇਕੱਠੇ ਹੋਈਏ। ਕਿ ਇਹ ਜਥੇਬੰਦੀ ਉਸ ਧੜੇ ਨਾਲ, ਉਹਨਾਂ ਧੜਿਆਂ ਨਾਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਪਲੇਟਫਾਰਮ 'ਤੇ ਇਕੱਠੀ ਹੋਵੇਗੀ? ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਨਾਲੇ ਪੁੱਛਦੇ ਹਾਂ ਕਿ ਨਵੀਂ ਜਥੇਬੰਦੀ, ਕਿਉਂਕਿ ਸਾਰੇ ਨੁਮਾਇੰਦੇ ਸਾਡੇ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਥੇਬੰਦੀ ਦੇ ਸੰਪਰਕ ਦੇ ਵਿੱਚ ਹੈਗੇ ਆ, ਕਿਸੇ ਨਾ ਕਿਸੇ ਜਥੇਬੰਦੀ ਦੇ ਨਾਲ ਚੱਲ ਰਹੇ ਆ, ਪਰ ਇੱਕ ਅੱਜ ਵਾਲੀ ਜਿਹੜੀ ਯੂਥ ਦੀ ਜਥੇਬੰਦੀ ਬਣਾਈ ਹੈਗੀ ਆ, ਉਹਦੇ ਕੀ ਕਾਰਨ ਸਨ? ਪਹਿਲਾਂ ਆਪਾਂ ਪਰਮਜੀਤ ਸਿੰਘ ਅਕਾਲੀ ਜੀ ਨਾਲ ਗੱਲ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਲੱਗਦਾ ਜਾਂ ਤੁਸੀਂ ਵੀ ਇੱਕ ਜਥੇਬੰਦੀ ਦੇ ਨੁਮਾਇੰਦੇ ਹੋ, ਅੱਜ ਇੱਕ ਜਥੇਬੰਦੀ ਹੋਰ ਵੱਖਰੀ ਹੋਣ ਦੇ ਵਿੱਚ ਆ ਰਹੀ ਆ, ਇਹਦੇ ਕੀ ਕਾਰਨ? ਮੈਂ ਬਿਲਕੁਲ ਤੁਹਾਨੂੰ ਸਪਸ਼ਟ ਕਰਾਂ ਵੀ ਜਿਹੜੀ ਜਥੇਬੰਦੀ ਦਾ ਮੈਂ ਨੁਮਾਇੰਦਾ, ਉਹ 'ਚ ਮੈਂ ਸੇਵਾਦਾਰ ਹਾਂ, ਸੇਵਾ ਕਰ ਰਿਹਾ ਲੰਮੇ ਸਮੇਂ ਤੋਂ। ਉਹ ਜਥੇਬੰਦੀ ਦਾ ਸਾਡਾ ਜਿਹੜਾ ਦਾਇਰਾ ਉਹ ਮਾਝੇ ਤੱਕ ਦਾ ਵਾ। ਇਹ ਜਿਹੜਾ ਕਨਸੈਪਟ ਇਹ ਪੂਰੇ ਪੰਜਾਬ ਦੇ ਨੌਜਵਾਨ ਲੈ ਕੇ ਆਏ ਨੇ, ਇਹ ਕਨਸੈਪਟ ਕਿਤੇ ਨਾ ਕਿਤੇ ਮੈਨੂੰ ਬਹੁਤ ਵਧੀਆ ਲੱਗਾ ਕਿ ਅਸੀਂ ਸਾਰੇ ਸਟੇਜਾਂ 'ਤੇ ਵੀ ਗੱਲਾਂ ਕਰਦੇ ਹਾਂ, ਸੋਸ਼ਲਾਈਜ਼ ਵੀ ਕਰਦੇ ਹਾਂ ਕਿ ਨੌਜਵਾਨ ਨੂੰ ਇੱਕ ਮੁੱਠ ਕਰੀਏ, ਇੱਕ ਵਾਰੀ ਲੈ ਕੇ ਚੱਲੀਏ। ਪਰ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀਆਂ ਸਟੇਜਾਂ 'ਤੇ ਰਹਿ ਜਾਂਦੀਆਂ ਨੇ, ਸੋਸ਼ਲਾਈਜ਼ ਰਹਿ ਜਾਂਦੀਆਂ ਨੇ, ਮੀਡੀਆ 'ਤੇ ਪੋਸਟ ਪਾ ਦਿੰਦੇ ਆ, ਪਰ ਉਹਨੂੰ ਅਮਲੀ ਜਾਮਾ ਨਹੀਂ ਪੈਣਾ ਪਾਉਂਦੇ। ਕਿਉਂਕਿ ਕਿਤੇ ਨਾ ਕਿਤੇ ਅਸੀਂ ਕਾਰਨ ਇਹ ਆ ਵੀ ਹਰ ਕੋਈ ਆਪੋ ਆਪਣੀ ਜਥੇਬੰਦੀ ਨੂੰ ਅਹਿਮੀਅਤ ਦਿੰਦਾ। ਹਰ ਕੋਈ ਚਾਹੁੰਦਾ ਕਿ ਮੇਰੀ ਜਥੇਬੰਦੀ ਹੀ ਅੱਗੇ ਆਵੇ, ਮੇਰਾ ਹੀ ਨਾਂ ਹੋਵੇ। ਇਹ ਸੱਚ ਆ, ਇਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਪਰ ਜਿਹੜਾ ਇਹ ਕਨਸੈਪਟ ਸੀ, ਇਹਦੇ ਵਿੱਚ ਅਸੀਂ ਇਹ ਲੈ ਕੇ ਚੱਲੇ ਵੀ ਜਥੇਬੰਦੀਆਂ ਨਾਲ ਤੁਸੀਂ ਜੁੜੇ ਰਹੋ। ਸਾਨੂੰ ਕਿਸੇ ਜਥੇਬੰਦੀ ਨਾਲ, ਕੋਈ ਭਾਈ ਭੁਪਿੰਦਰ ਸਿੰਘ ਕਿਸੇ ਨਾਲ ਜੁੜੇ ਰਹਿਣਗੇ, ਆਪਣਾ ਵਰਕ ਕਰਨਗੇ। ਪਰ ਜਿਹੜਾ ਇਹ ਸੰਗਠਨ ਬਣਾਇਆ ਜਾ ਰਿਹਾ, ਇਹ ਸੰਗਠਨ ਪੂਰੇ ਪੰਜਾਬ 'ਚ ਵਰਕ ਕਰੇਗਾ। ਸਾਡੀ ਕੋਸ਼ਿਸ਼ ਹੋਊਗੀ ਜਿਹੜੀਆਂ ਅਸੀਂ ਵੱਖ-ਵੱਖ ਜਥੇਬੰਦੀਆਂ ਬਣਾ ਕੇ ਚੱਲ ਰਹੇ ਹਾਂ, ਸਮਾਂ ਲੱਗੇ, ਹੌਲੀ ਅਸੀਂ ਮਰਜ ਕਰਨਾ ਚਾਹਾਂਗੇ। ਮਰਜ ਕਰਕੇ ਅਸੀਂ ਇੱਕ ਹੋਣ ਦੀ ਕੋਸ਼ਿਸ਼ ਕਰਾਂਗੇ। ਦੂਸਰਾ, ਜਿਹੜੇ ਨੌਜਵਾਨ ਕਿਤੇ ਨਾ ਕਿਤੇ ਨਿਰਾਸ਼ ਹੋ ਕੇ ਘਰੇ ਬਹਿ ਗਏ, ਬਹੁਤ ਆਂਤ ਵਿੱਚ ਵੱਡੀ ਗਿਣਤੀ। ਕੀ ਨਿਰਾਸ਼ਤਾ ਤੇ ਲੱਗਦਾ? ਨਿਰਾਸ਼ਤਾ ਜਦੋਂ ਤੁਸੀਂ ਕੋਈ ਮੋਰਚਾ ਆਰੰਭਦੇ ਹੋ, ਜਦੋਂ ਤੁਸੀਂ ਕੋਈ ਪ੍ਰਾਪਤੀ ਵਾਸਤੇ ਤੁਰਦੇ ਹੋ, ਉੱਥੇ ਜਾ ਕੇ ਪ੍ਰਾਪਤੀ ਹੋਣ ਲੱਗਿਆ ਤੁਸੀਂ ਸਟੈਪ ਬੈਕ ਲੈ ਲੈਂਦੇ ਹੋ।
ਬਰਗਾੜੀ ਮੋਰਚਾ ਐਗਜ਼ਾਮਪਲ ਆ ਤੁਹਾਡੇ ਕੋਲ। ਮੈਨੂੰ ਮੈਂ ਕਿਸੇ ਨੂੰ ਇੱਥੋਂ ਅਸੀਂ ਕਿਸੇ ਨੂੰ ਨਿੰਦਣ ਨਹੀਂ ਰਹੇ, ਪਰ ਕਮੀਆਂ ਤਾਂ ਨੇ ਨਾ। ਜੇ ਉਹ ਕਮੀਆਂ ਨੇ, ਉਸ ਤੋਂ ਬਾਅਦ ਹਵਾਲਾ ਕਮੇਟੀ ਬਣਦੀ ਆ, ਉੱਥੇ ਵੀ ਨੌਜਵਾਨੀ ਨੇ ਪੂਰਾ ਜ਼ੋਰ ਮਾਰਿਆ। ਕਮੀਆਂ ਨੇ, ਤੇ ਜੇ ਉਹ ਕਮੀਆਂ ਨੇ ਤੇ ਅੱਜ ਨੌਜਵਾਨਾਂ 'ਚ ਨਿਰਾਸ਼ਤਾ ਵਾ। ਦੂਸਰਾ ਕਾਰਨ, ਨੌਜਵਾਨੀ ਜਦੋਂ ਸੰਘਰਸ਼ਸ਼ੀਲ ਹੋ ਕੇ ਲੜਦੀ ਆ, ਬੇਸ਼ੱਕ ਉਹ ਕੁਛ ਕਰਦੀ ਵੀ ਆ, ਕੁਛ ਨਹੀਂ ਵੀ ਕਰਦੀ, ਕੁਛ ਨੂੰ ਵੈਸੇ ਹੀ ਇੰਨਾ ਕੁ ਜ਼ਿਆਦਾ ਮਾਨਸਿਕ ਤੌਰ ਤੇ ਪ੍ਰਸ਼ਾਸਨ ਵੱਲੋਂ, ਸਿਸਟਮ ਵੱਲੋਂ ਨੱਪਿਆ ਜਾਂਦਾ ਕਿ ਉਹ ਨੌਜਵਾਨੀ ਟੁੱਟ ਕੇ ਡਿੱਗ ਕੇ ਘਰੇ ਬਹਿ ਜਾਂਦੀ ਹੈ, ਸਾਡੇ ਕੋਲ ਮਗਰ ਨਹੀਂ ਆਉਂਦਾ। ਕਾਰਨ ਇਹ ਵੀ ਜੇ ਅਸੀਂ ਸੰਗਠਿਤ ਹੋਵਾਂਗੇ, ਘੱਟੋ ਘੱਟ ਅਸੀਂ ਆਪਣੇ ਉਹਨਾਂ ਭੈਣਾਂ ਭਰਾਵਾਂ ਮਗਰ ਜਾਣ ਜੋਗੇ ਤਾਂ ਹੋਵਾਂਗੇ, ਜਿੰਨਾ ਮਗਰ ਕੋਈ ਨਹੀਂ ਜਾਂਦਾ। ਐਗਜ਼ਾਮਪਲ, ਬਰਗਾੜੀ ਬੇਅਦਬੀ ਕਾਂਡ ਹੋਇਆ, ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ ਹੋਏ, ਪਰਸੋਂ ਪਟਿਆਲੇ ਸਰੂਪ ਚੋਰੀ ਹੋ ਗਿਆ। ਮੈਂ ਅਜੇ ਤੱਕ ਕਿਸੇ ਸਾਡੇ ਵੱਡੇ ਆਗੂ ਦਾ ਬਿਆਨ ਨਹੀਂ ਸੁਣਿਆ, ਕਿਸੇ ਕੋਈ ਜਥੇਬੰਦੀ ਦਾ ਇਹ ਸਿਸਟਮ ਨਹੀਂ ਦੇਖਿਆ ਵੀ ਆਓ ਚੱਲੀਏ ਇਕੱਠੇ ਹੋ ਕੇ ਆਪਾਂ ਜਾ ਕੇ ਕੋਸ਼ਿਸ਼ ਕਰੀਏ, ਪ੍ਰਸ਼ਾਸਨ ਦੇ ਦਬਾਅ ਬਣਾਈਏ ਵੀ ਉਹ ਸਰੂਪ ਚੋਰੀ ਕੀ। ਅਸੀਂ ਉਸ ਤੋਂ ਬਾਅਦ ਉੱਠਾਂਗੇ ਜਦੋਂ ਉਸ ਸਰੂਪ ਦੇ ਅੰਗ ਗਲੀਆਂ 'ਚ ਖਿਲ ਰਹੇ ਹੋਣਗੇ, ਸੜਕਾਂ 'ਤੇ ਖਿਲ ਰਹੇ ਹੋਣਗੇ, ਨਾਲੀਆਂ 'ਚ ਹੋਣਗੇ, ਫਿਰ ਅਸੀਂ ਉੱਠਾਂਗੇ, ਫਿਰ ਮੋਰਚੇ ਲਾਵਾਂਗੇ, ਫਿਰ ਸਿੰਘ ਸ਼ਹੀਦ ਕਰਾਵਾਂਗੇ। ਅਸੀਂ ਪਹਿਲਾਂ ਕਿਉਂ ਨਹੀਂ ਬੋਲਦੇ? ਯੂਐਪਾ ਕਾਨੂੰਨ ਤਹਿਤ 200 ਤੋਂ ਉੱਪਰ ਨੌਜਵਾਨ ਜੇਲ੍ਹਾਂ ਦੇ ਵਿੱਚ ਆ। ਮੈਂ ਨਹੀਂ ਕਹਿੰਦਾ ਦੋਸ਼ ਨਹੀਂ ਕੀਤਾ ਹੋਊਗਾ, ਜਿਸ ਕਰਕੇ ਦੋਸ਼ ਹੋਊਗਾ ਨਾ ਤਾਂ ਕੋਈ ਨਾ ਕੋਈ ਗਲਤੀ ਕੀਤੀ ਹੋਊਗੀ ਤਾਂ ਕਾਨੂੰਨ ਨੇ ਕੁਝ ਕੀਤਾ, ਪਰ ਕੀ ਅਸੀਂ ਉਹਨਾਂ ਦੀ ਪੈਰਵੀ ਵਾਸਤੇ ਨਹੀਂ ਤੁਰ ਸਕਦੇ? ਇੱਕ ਆਮ ਸਿਆਸੀ ਪਾਰਟੀ ਦਾ ਖਹਿਰਾ ਨਾਮ ਉਹਦਾ, ਉਹ ਬੰਦਾ ਉੱਠ ਕੇ ਉਹ ਕਰ ਰਿਹਾ, ਧਾਰਮਿਕ ਪੱਖ ਨਾਲ ਕੋਈ ਲਿੰਕ ਨਹੀਂ ਹੁੰਦਾ, ਪਰ ਕੀ ਇੱਥੇ ਧਾਰਮਿਕ ਜਥੇਬੰਦੀਆਂ ਦਾ ਫਰਜ਼ ਨਹੀਂ ਬਣਦਾ ਜਿਹੜੀਆਂ ਸਾਡੀਆਂ ਸਰਮੌਰ ਨੇ? ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਅਸੀਂ ਬੇਨਤੀ ਇਹ ਕਰਦੇ ਹਾਂ, ਆਗੂ ਬਣ ਕੇ ਤੁਰਿਓ ਤੇ ਆਗੂ ਵਾਲਾ ਫਰਜ਼ ਵੀ ਨਿਭਾਓ। ਪਰਮਜੀਤ ਜੀ, ਹਮੇਸ਼ਾ ਗੱਲ ਚੱਲਦੀ ਹੈ ਕਿ ਇੱਕ ਨਿਸ਼ਾਨ ਸਾਹਿਬ ਥੱਲੇ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ, ਤੇ ਉਹ ਗੱਲ ਜਦੋਂ ਚੱਲਦੀ ਹੈ ਤੇ ਅਕਾਲ ਤਖਤ ਸਾਹਿਬ ਦਾ ਨਾਮ ਆਉਂਦਾ। ਕੀ ਲੱਗਦਾ ਤੁਹਾਨੂੰ ਇਹ ਜਥੇਬੰਦੀ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ? ਬਿਲਕੁਲ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਤੋਂ ਬਾਅਦ ਜਾ ਕੇ ਅਰਦਾਸ ਕੀਤੀ ਜਾ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਕਰਾਂਗੇ। ਜਿਹੜਾ ਵੀ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਰਪੱਖ ਹੋ ਕੇ ਸੇਵਾ ਨਿਭਾਊਗਾ, ਜੇ ਉਹ ਚੜ੍ਹਦੀ ਕਲਾ ਵਾਲਾ ਪਹਿਰਾ ਰੱਖੂਗਾ, ਅਕਾਲੀ ਫੂਲਾ ਸਿੰਘ ਵਾਲਾ, ਜਿਸਦ ਕੇ ਅਸੀਂ ਉਸ ਜਹੇਦਾਰ ਦੇ ਥੱਲੇ ਲਾ ਕੇ ਜ਼ਰੂਰ ਕੰਮ ਕਰਾਂਗੇ। ਸਮਰਪਿਤ ਸ਼੍ਰੀ ਅਕਾਲ ਤਖਤ ਸਾਹਿਬ ਕਿਸੇ ਬੰਦੇ ਨੂੰ ਨਹੀਂ, ਕਿਸੇ ਧੜੇ ਨੂੰ, ਕਿਸੇ ਬੰਦੇ ਨੂੰ ਨਹੀਂ ਹੈਗੇ। ਇੱਕ ਗੁਰੂ ਗ੍ਰੰਥ ਸਾਹਿਬ ਤੋਂ ਹੁਣੇ ਗੱਲ ਕੀਤੀ ਆ, ਇੱਕ ਬੁਰਜਵਾਰ ਸਿੰਘ ਵਾਲਾ ਤੋਂ ਚੋਰੀ ਹੁੰਦਾ, ਅਜੇ ਤੱਕ ਅਸੀਂ ਉਹ ਲੱਭ ਨਹੀਂ ਸਕੇ। ਇੱਕ 2 ਦਿਨ ਪਹਿਲਾਂ ਜਾਂ 3 ਦਿਨ ਪਹਿਲਾਂ ਖਬਰਾਂ ਨਸ਼ਰ ਹੋ ਰਹੀਆਂ ਕਿ ਪਟਿਆਲੇ ਦੇ ਵਿੱਚ ਸਰੂਪ ਚੋਰੀ ਹੋ ਗਿਆ। ਉਹਦੇ ਵਾਸਤੇ ਅਜੇ ਤੱਕ ਕੋਈ ਵੀ ਜਥੇਬੰਦੀ ਨਹੀਂ ਬੋਲੀ। ਅੱਜ ਜ਼ਰੂਰ ਤੁਸੀਂ ਆਵਾਜ਼ ਕੀਤੀ ਹੈ, ਚੱਕੀ ਹੈਗੀ ਆ, ਪਰ ਅਜੇ ਤੱਕ ਕੋਈ ਜਥੇਬੰਦੀ ਮੇਨ ਨਹੀਂ ਬੋਲੀ। ਕੀ ਲੱਗਦਾ ਕਾਰਨ ਤੁਹਾਨੂੰ ਕਿ ਆਉਣ ਵਾਲੇ ਸਮੇਂ 'ਚ ਫਿਰ ਉਹ ਬੇਅਦਬੀ ਹੋਊਗੀ, ਫਿਰ ਉਹ ਭਾਂਬੜ ਮੱਚੂਗਾ ਪੰਜਾਬ ਦੇ ਵਿੱਚ, ਅਸੀਂ ਫਿਰ ਹੀ ਇਕੱਠੇ ਹੋਵਾਂਗੇ ਸਾਰੇ? ਉਹ ਚੀਜ਼ ਤਾਂ ਅਸੀਂ ਕਹਿ ਰਹੇ ਹਾਂ ਵੀ ਜਦੋਂ ਤੁਹਾਡੇ ਕੋਲ ਇੱਕ ਸਿਸਟਮ ਆ, ਤੁਹਾਡੇ ਕੋਲ ਇੱਕ ਅਹੁਦਾ ਵਾ, ਜਥੇਬੰਦੀ ਆ, ਤੁਹਾਡਾ ਇੱਕ ਵੱਡਾ ਢਾਂਚਾ ਵਾ, ਪੁਰਾਣੇ ਤੌਰ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਸੰਗਤ ਸੁਣਦੀ ਆ, ਲੱਖਾਂ ਲੋਕ ਤੁਹਾਡੇ ਕਹਿਣ ਦੇ ਉੱਤੇ ਇਕੱਠੇ ਹੋ ਜਾਂਦੇ ਨੇ, ਹੁਣ ਬੋਲਦੇ ਕਿਉਂ ਨਹੀਂ? ਉਹੀ ਤੁਹਾਡੇ ਵਾਲੀ ਗੱਲ ਵੀ ਜਦੋਂ ਅੰਗ ਸੜਕਾਂ 'ਤੇ ਖਿਲਰ ਜਾਣਗੇ ਫਿਰ ਅਸੀਂ ਬੋਲਾਂਗੇ, ਫਿਰ ਧਰਨੇ ਲਾਵਾਂਗੇ, ਫਿਰ ਮੋਰਚੇ ਲਾਵਾਂਗੇ, ਫਿਰ ਅਸੀਂ ਸਿੰਘ ਵੀ ਸ਼ਹੀਦ ਕਰਾਵਾਂਗੇ ਆਪਣੇ, ਕਿਉਂਕਿ ਪ੍ਰਸ਼ਾਸਨ ਨਾਲ ਸਾਡੀ ਟੱਕਰ ਹੋਣੀ ਹੈ। ਫਿਰ ਤੁਸੀਂ ਇਨਸਾਫ ਮੰਗਣਾ, ਅਸੀਂ ਪਹਿਲਾਂ ਕਿਉਂ ਨਹੀਂ ਬੋਲਦੇ? ਇਸ ਕਰਕੇ ਇਹ ਨੌਜਵਾਨੀ ਤੁਰੀ ਆ ਵੀ ਅਸੀਂ ਬਾਅਦ 'ਚ ਤੁਰਨ ਨਾਲੋਂ ਬਾਅਦ 'ਚ ਸੱਪ ਲੰਘ ਜਾਂਦਾ, ਅਸੀਂ ਲੀਕ ਪਟਲ ਬਹਿ ਜਾਂਦੇ ਹਾਂ। ਅਸੀਂ ਪਹਿਲਾਂ ਕਿਉਂ ਨਹੀਂ ਬੋਲਦੇ ਕੁਛ? 6 ਮਹੀਨੇ ਤੋਂ ਵੱਧ ਦਾ ਸਮਾਂ ਬਰਗਾੜੀ 'ਚ ਬੈਠੇ, ਨਿਰਾਸ਼ਤਾ ਤੁਸੀਂ ਆਪ ਹੀ ਦੱਸਿਆ ਪਾਈ ਗਈ। ਕਿਤੇ ਨਾ ਕਿਤੇ ਉਹ ਦੱਸ ਵੀ ਰਹੇ ਆ ਕਿ ਕਿਤੇ ਨਾ ਕਿਤੇ ਪੋਜ਼ਿਟਿਵ ਪੁਆਇੰਟ ਵੀ ਹੈਗੇ ਸੀ, ਜਿਹਦੇ ਵਿੱਚ ਕੁਝ ਸਿੰਘਾਂ ਦੀ ਪ੍ਰਾਪਤੀਆਂ ਵੀ ਹੋਈਆਂ, ਪਰ ਜ਼ਿਆਦਾ ਨਿਰਾਸ਼ਤਾ ਦੇ ਆਲਮ ਵਿੱਚ ਗਈ ਪੂਰੀ ਕੌਮ। ਸਰਬੱਤ ਖਾਲਸਾ ਹੁੰਦਾ 2 ਵਾਰੀ, ਉਹ ਆਪਾਂ ਸਾਰਿਆਂ ਨੇ ਅੱਖੀਂ ਵੇਖਿਆ, ਉਹ 'ਚੋਂ ਵੀ ਕਿਤੇ ਨਾ ਕਿਤੇ ਸਾਨੂੰ ਨਿਰਾਸ਼ਤਾ ਮਿਲੀ। ਸਿੰਘ ਸਾਹਿਬ ਦਾਦੂਵਾਲ ਦੀ ਗੱਲ ਕਰਦੇ ਹਾਂ, ਅਮਰੀਕ ਸਿੰਘ ਦੇ ਨਾਲ ਦੀ ਗੱਲ ਕਰਦੇ ਹਾਂ, ਪਿੱਛੇ ਹਟ ਚੁੱਕੇ ਆ। ਧਿਆਨ ਸਿੰਘ ਜੀ ਮੰਡ ਕੁਛ ਅੱਗੇ ਨਹੀਂ ਆ ਰਹੇ। ਇਹੋ ਚੀਜ਼ ਆ, ਲੱਖਾਂ ਸੰਗਤਾਂ ਨੇ ਤੁਹਾਡੇ ਤੇ ਭਰੋਸਾ ਕਰਕੇ ਤੁਹਾਨੂੰ ਅੱਗੇ ਲਾਇਆ। ਅੱਜ ਵੀ ਤੁਹਾਨੂੰ ਆਗੂ ਮੰਨਦੇ ਆ, ਅੱਜ ਵੀ ਸਤਿਕਾਰ ਕਰ, ਜਿੱਥੇ ਆਵਾਜ਼ ਮਾਰੋ ਖੜਾਂਗੇ, ਪਰ ਜਦੋਂ ਤੁਸੀਂ ਆਗੂ ਬਣ ਕੇ ਉਹ ਨਿਰਾਸ਼ਤਾ ਪੱਲੇ ਪਾਉਂਦੇ ਹੋ, ਫਿਰ ਮਨ ਟੁੱਟ ਜਾਂਦੇ ਨੇ। ਇਹ ਉਹ ਨੌਜਵਾਨੀ ਜਿਹੜੀ ਕਿਰਤੀ ਆ, ਇਹ ਕੋਈ ਡੇਰਿਆਂ 'ਚ ਨਹੀਂ ਬੈਠੀ ਹੋਈ ਹੈ, ਆਪਣੀ ਕਿਰਤ ਕਰਦੇ ਨੇ, ਨਾਲ ਆਪਣਾ ਕੌਮ ਦੇ ਵਾਸਤੇ ਤਤਪਰ ਨੇ, ਹਰ ਮੋਰਚੇ ਤੇ ਹਰ ਜਗ੍ਹਾ ਤੇ ਜਾਂਦੇ ਨੇ, ਜਾਨ ਨਿਸ਼ਾਵਰ ਕਰ ਤੱਕ ਜਾਂਦੇ ਨੇ, ਤੇ ਕੀਤੀਆਂ ਨੇ, ਕਰਦੇ ਵੀ ਨੇ। ਪਰ ਜਦੋਂ ਤੁਸੀਂ ਕੋਈ ਪ੍ਰਾਪਤੀ ਦੇ ਅੱਗੇ ਪਹੁੰਚ ਕੇ ਸਟੈਪ ਬੈਕ ਲੈ ਲੈਂਦੇ ਹੋ, ਉਦੋਂ ਮਨ ਟੁੱਟ ਜਾਂਦੇ ਆ। ਉਦੋਂ ਫਿਰ ਨੌਜਵਾਨੀ ਸੋਚਦੀ ਵੀ ਸ਼ਾਇਦ ਇਹ ਪੈਸੇ ਇਕੱਠੇ ਕਰਨ ਨੂੰ ਬੈਠੇ ਸੀ, ਸ਼ਾਇਦ ਇਹ ਆਪਣੀ ਵਾਹ ਵਾਸਤੇ ਬੈਠੇ ਸੀ, ਜੋ ਕਿ ਰੌਲਾ ਪਿਆ ਵੀ ਆ, ਅਸੀਂ ਨਹੀਂ ਪਾਇਆ, ਇਹ ਆਗੂਆਂ ਦੇ ਵਿੱਚ ਹੀ ਪਿਆ ਜਿਹਨਾਂ ਨੂੰ ਅਹੁਦੇ ਮਿਲੇ ਸੀ। ਅੱਜ ਉਹ ਆਪਣੇ ਆਪ ਅਹੁਦੇ ਛੱਡ ਕੇ ਟਕਰਾਅ ਪੈਦਾ ਹੋ ਗਿਆ, ਜਿਹੜੇ ਆਗੂਆਂ ਨੇ ਅਗਵਾਈ ਕਰਨੀ ਸੀ ਉਹ ਆਪਸ ਉਲਝੇ ਹੋਏ ਨੇ। ਇਹ ਮੰਦਭਾਗਾ, ਅਸੀਂ ਨਹੀਂ ਚਾਹੁੰਦੇ। ਅਸੀਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਸ਼ੁਰੂ ਤੋਂ, ਹੁਣ ਵੀ ਕਰਦੇ ਹਾਂ, ਅਗਵਾਈ ਕਰੋ, ਨੀਅਤ ਨਾਲ ਕਰੋ, ਸਿੱਧੇ ਹੋ ਕੇ ਕਰੋ। ਨੌਜਵਾਨੀ ਤੁਹਾਡੇ ਪਿੱਛੇ ਸਿਰ ਦੇਣ ਨੂੰ, ਸਿਰ ਲੈਣ ਨੂੰ ਖੜੀ ਆ। ਅਕਾਲ ਤਖਤ ਸਾਹਿਬ ਤੋਂ ਬਿਆਨ ਵੀ ਜਾਰੀ ਹੋ ਚੁੱਕਾ। UAP ਦੀ ਤੁਸੀਂ ਗੱਲ ਕੀਤੀ ਹੈਗੀ ਆ, ਇਸ ਟਾਈਮ ਮੈਨੂੰ ਲੱਗਦਾ ਕਿ ਕੇਵਲ ਜੇ ਪਾਰਟੀਬਾਜ਼ੀ ਤੌਰ ਤੇ ਜਾਈਏ ਤੇ ਖਹਿਰਾ ਸਾਹਿਬ ਨੇ ਆਵਾਜ਼ ਚੁੱਕੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜ਼ਰੂਰ ਥੋੜ੍ਹੀ ਆਵਾਜ਼ ਜ਼ਰੂਰ ਚੁੱਕੀ ਹੈਗੀ ਆ, ਸ਼ਾਇਦ ਉਹ ਖਬਰਾਂ ਤੇ ਸੁਰਖੀਆਂ ਦੇ ਵਿੱਚ ਆਉਣ ਦੇ ਕਾਰਨ। ਤੇ ਜੇ ਆਪਾਂ ਗੱਲ ਕਰੀਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਆਵਾਜ਼ ਜ਼ਰੂਰ ਬੁਲੰਦ ਕੀਤੀ ਆ, ਸਮੇਂ-ਸਮੇਂ ਦੇ ਉੱਤੇ ਉਹ ਬੋਲਦੇ ਵੀ ਹੈਗੇ ਆ, ਉਸ ਚੀਜ਼ ਨੂੰ ਕਿਵੇਂ ਲੈਣਾ? ਬਹੁਤ ਸਤਿਕਾਰਯੋਗ ਬਿਆਨ ਹੈ ਜੀ ਉਹਨਾਂ ਦਾ, ਅਸੀਂ ਸਤਿਕਾਰ ਕਰਦੇ ਹਾਂ ਤੇ ਅਸੀਂ ਸਮਰਥਨ ਵੀ ਕਰਦੇ ਹਾਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ। ਕਿਉਂਕਿ ਤੁਸੀਂ ਗੱਲ ਕੀਤੀ ਕਿ ਆਵਾਜ਼ ਅਕਾਲੀ ਦਲ ਵੱਲੋਂ ਚੱਕੀ ਗਈ, ਮੈਨੂੰ ਲੱਗਦਾ ਬੇਸ਼ੱਕ ਉਹਨਾਂ ਦਾ ਕੋਈ ਸਿਆਸੀ ਮੁਫਾਦ ਹੋਊਗਾ, ਪਰ ਚੱਕੀ ਤਾਂ ਹੈ। ਮੈਟਰ ਇਹ ਕਰਦਾ, ਅਸੀਂ ਹਰ ਵੇਲੇ ਨੈਗੇਟਿਵ ਪੁਆਇੰਟ ਹੀ ਪਤਾ ਨਹੀਂ ਕਿਉਂ ਦੇਖਦੇ ਹਾਂ, ਹਰ ਵੇਲੇ ਅਸੀਂ ਸਾਡੇ ਲੋਕ
ਹਵਾ ਇਦਾਂ ਦੀ ਕ੍ਰੀਏਟ ਕੀਤੀ ਜਾਂਦੀ ਵੀ ਉਸ ਬੰਦੇ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਜਾਂਦਾ। ਯਾਰ ਜੇ ਕੋਈ ਸਿਆਸੀ ਪਾਰਟੀ ਦੀ 100 ਮਜਬੂਰੀਆਂ ਹੋ ਸਕਦੀਆਂ ਨੇ, ਪਰ ਜੇ ਉਹ ਤੁਹਾਡੇ ਹੱਕ ਦੇ ਵਾਸਤੇ ਇੱਕ ਪੁਆਇੰਟ ਵੀ ਗੱਲ ਕਰਦਾ, ਸਾਡੇ ਵਾਸਤੇ ਉਹ ਬੈਨੀਫਿਟ 'ਚ ਜਾਂਦੀ। ਸਾਨੂੰ ਸਮਰਥਨ ਦੀ ਪ੍ਰੋਬਲਮ ਕੀ ਆ? ਅਸੀਂ ਹਰ ਵੇਲੇ ਭੰਡਣ 'ਚ ਕਿਉਂ ਪਏ ਰਹਿੰਦੇ ਆ? ਇਹ ਸਾਨੂੰ ਕਿਤੇ ਨਾ ਕਿਤੇ ਬਿਰਤੀ ਬਦਲਣੀ ਪੈਣੀ ਆ। ਜਿਹੜਾ ਸਿੱਖ ਸਿਧਾਂਤਾਂ ਦੀ, ਸਿੱਖ ਕੌਮ ਦੀ ਗੱਲ ਕਰਦਾ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ, ਪੰਥਕ ਪਾਰਟੀ ਆ। ਬੜੀਆਂ ਕੁਰਬਾਨੀਆਂ ਦੇ ਨਾਲ ਲੰਮੇ ਸੰਘਰਸ਼ ਤੋਂ ਬਾਅਦ ਉਹ ਬਣੀ ਆ, ਤੇ ਉਹ ਕਿਸੇ ਇੱਕ ਦੀ ਨਹੀਂ ਹੈਗੀ, ਉਹ ਪੂਰੇ ਪੰਥ ਦੀ ਆ। ਤੇ ਜੇ ਅਸੀਂ ਦੂਰ ਖੜ ਕੇ ਰੌਲਾ ਪਾਈ ਜਾਵਾਂਗੇ, ਗੱਲ ਨਹੀਂ ਬਣਨੀ। ਮੈਨੂੰ ਲੱਗਦਾ ਫਿਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਓ, ਐਸਜੀਪੀਸੀ ਦੀ ਕਰ ਲਓ, ਉਹ ਰੌਲਾ ਪਾ ਕੇ ਪਿੱਛੇ ਖੜ ਕੇ ਸੁਧਾਰ ਨਹੀਂ ਹੋਣਾ। ਸੁਧਾਰ ਕਰਨ ਵਾਸਤੇ ਕਹਿੰਦੇ ਚੱਕਰ ਦੇ ਵਿੱਚ ਉਤਰਨਾ ਪੈਂਦਾ, ਸਫਾਈ ਕਰਨ ਵਾਸਤੇ ਸਾਨੂੰ ਉਤਰਨ ਦੀ ਲੋੜ ਆ। ਅਸੀਂ ਕਿਉਂ ਨਹੀਂ ਨੌਜਵਾਨਾਂ ਨੂੰ ਸੰਗਠਿਤ ਕਰਕੇ ਇਹ ਚਾਹੁੰਦੇ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਅੱਗੇ ਹੋ ਕੇ ਕੰਮ ਕਰਨ? ਉਹ ਇਹਨਾਂ ਪਾਰਟੀਆਂ ਵਿੱਚ ਵੀ ਜਾ ਕੇ ਮੈਨੂੰ ਲੱਗਦਾ ਸੇਵਾ ਉਹਨਾਂ ਨੂੰ ਕਰਨੀ ਚਾਹੀਦੀ ਹੈ, ਉਹਨਾਂ ਨੂੰ ਐਸਜੀਪੀਸੀ ਦੀ ਸੇਵਾ ਕਰਨੀ ਚਾਹੀਦੀ ਹੈ। ਪ੍ਰਾਪਤੀ ਲੈ ਸਕਦੇ ਆ, ਸਭ ਕੁਝ ਕਰ ਸਕਦੇ ਆ, ਪਰ ਉਹਦੇ ਵਾਸਤੇ ਸਾਨੂੰ ਆਪਸੀ ਧੜੇਬੰਦੀਆਂ, ਆਪਸੀ ਧੌਣਾਂ 'ਚ ਫਸੇ ਹੋਏ ਕਿੱਲੇ ਕੱਢਣੇ ਪੈਣੇ ਨੇ। ਅਮਜੀਤ ਜੀ, ਤੁਸੀਂ ਇੱਕ ਸਿਆਸਤ ਦੀ ਵੀ ਗੱਲ ਕੀਤੀ ਹੈਗੀ ਆ, ਤੇ ਕਿ ਲੱਗਦਾ ਨਹੀਂ ਕਿ ਜਿਹੜੀ ਜਥੇਬੰਦੀ ਬਣ ਰਹੀ ਕਿ 2022 ਵਾਲੇ ਪਾਸੇ ਤੇ ਨਹੀਂ ਤੁਰਨਾ, ਤੁਸੀਂ ਸਿਆਸਤ ਵਾਲੇ ਪਾਸੇ? ਨਹੀਂ, ਮੈਂ ਤੁਹਾਨੂੰ ਸਪਸ਼ਟ ਸਿੱਧਾ ਕਰਦਾ, ਜਿਹ 'ਚ ਸਾਨੂੰ ਬੈਨੀਫਿਟ ਲੱਗਦਾ, ਜਿਸ ਸਾਨੂੰ ਲੱਗਦਾ ਸਾਡੇ ਕੌਮ ਦਾ ਭਲਾ, ਸਾਡੀ ਸਿਧਾਂਤਕ ਲੜਾਈ ਨਹੀਂ ਹੈਗੀ ਉਹਨਾਂ ਨਾਲ, ਉੱਥੇ ਅਸੀਂ ਜ਼ਰੂਰ ਖੜਾਂਗੇ। ਪਰ ਜਿੱਥੇ ਸਾਨੂੰ ਇਹ ਲੱਗੂਗਾ ਵੀ ਇਹ ਸਾਡੇ, ਬੇਸ਼ੱਕ ਸਾਡੀ ਕਿਸੇ ਨਾਲ ਮੰਨ ਲਓ ਮਿੰਟ ਵਾਸਤੇ ਵੀ ਤੁਹਾਡਾ ਵਿਚਾਰ ਰਲਦੇ ਆ, ਪਰ ਜੇ ਕੱਲ੍ਹ ਨੂੰ ਸਿਧਾਂਤਕ ਤੌਰ ਤੇ ਤੁਸੀਂ ਪੁੱਠੇ ਹੋਗੇ, ਅਸੀਂ ਤੁਹਾਡਾ ਵਿਰੋਧ ਕਰਾਂਗੇ। ਸਮਰਥਨ ਦਿਓਗੇ ਜਾਂ ਪਾਰਟੀ ਆਪਣੀ ਬਣਾ ਕੇ ਚੋਣਾਂ ਲੜੋਗੇ? ਅਸੀਂ ਸਿਆਸੀ ਤੌਰ ਦੇ ਉੱਤੇ ਵਿਚਰਨ ਦੀ ਗੱਲ ਨਹੀਂ ਕਰ ਰਹੇ, ਪਰ ਅਸੀਂ ਇਹ ਜ਼ਰੂਰ ਗੱਲ ਕਰਦੇ ਕਿ ਜੇ ਸਾਨੂੰ ਕੱਲ੍ਹ ਨੂੰ ਕੋਈ ਪਾਰਟੀ ਸਾਡੇ ਪੰਥਕ ਮਸਲਿਆਂ ਨੂੰ ਹੱਲ ਕਰਦੀ ਆ, ਸਾਡੀ ਨੌਜਵਾਨੀ ਦੇ ਵਾਸਤੇ ਖੜ੍ਹਦੀ ਆ, ਜੇ ਸਾਡੀ ਕੌਮ ਦੇ ਸਿਧਾਂਤਾਂ ਦੇ ਵਾਸਤੇ ਖੜ੍ਹਦੀ ਆ, ਜ਼ਰੂਰ ਅਸੀਂ ਸਪੋਰਟ ਕਰਾਂਗੇ। ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਧੰਨਵਾਦ ਜੀ। ਹੋਰ ਵੀ ਸਾਡੇ ਨਾਲ ਵੀਰ ਹੈਗੇ ਆ, ਪ੍ਰਿਤਪਾਲ ਸਿੰਘ ਬਰਗਾੜੀ ਜੁੜੇ ਹੈਗੇ ਆ। ਪ੍ਰਿਤਪਾਲ ਬਰਗਾੜੀ ਤੁਸੀਂ ਅਕਸਰ ਹੀ ਵੇਖਿਆ ਹੈਗਾ, ਤੇ ਪ੍ਰਸ਼ਾਸਨ ਦੀ ਮਾਰ ਵੀ ਜ਼ਰੂਰ ਚੱਲੀ ਆ। ਪ੍ਰਿਤਪਾਲ ਬਰਗਾੜੀ, ਅੱਜ ਦੀ ਇੱਕ ਜਿਹੜੀ ਮੀਟਿੰਗ ਹੋਈ ਆ, ਮੀਟਿੰਗ ਮਤੇ ਪਾਸ ਕੀਤੇ ਗਏ, ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਾਪਤੀਆਂ ਹੋ ਸਕਦੀਆਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਾਪਤੀ ਦੇਖੋ, ਅੱਗੇ ਗੁਰੂ ਸਾਹਿਬ ਦੇ ਹੱਥ ਵਸ ਆ ਜੀ। ਆਪਾਂ ਨੂੰ ਗੁਰੂ ਸਾਹਿਬ ਨੇ ਜੀਵਨ ਬਖਸ਼ਿਆ, ਤਾਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਜਿਹੜਾ ਗੁਰੂ ਦੇ ਲੇਖੇ ਲਾਈਏ। ਪਹਿਲਾਂ ਵੀ ਸਮੇਂ-ਸਮੇਂ ਤੇ ਆਪਾਂ ਗੁਰੂ ਸਾਹਿਬ ਦੇ ਪ੍ਰਤੀ ਜਿਹੜੀ ਉਹ ਸੇਵਾ, ਪੰਥ ਪ੍ਰਤੀ ਬਣਦੀ ਸੇਵਾ ਨਿਭਾ ਰਹੇ ਹਾਂ। ਸਾਰੇ ਗੁਰਸਿੱਖ ਭਰਾ ਨਿਭਾ ਰਹੇ ਨੇ, ਤੇ ਅੱਗੇ ਵੀ ਆਪਾਂ ਤਾਂ ਕੋਸ਼ਿਸ਼ ਕਰਨ ਜੋਗੇ ਹਾਂ। ਪ੍ਰਾਪਤੀ ਜਿਹੜੀ ਉਹ ਗੁਰੂ ਸਾਹਿਬ ਦੇ ਹੱਥ ਵਸ ਆ, ਜਿਹੜੀ ਉਹਨਾਂ ਨੇ ਕਰਾਉਣੀ ਹੈ ਜਾਂ ਨਹੀਂ ਕਰਾਉਣੀ। ਧੰਨਵਾਦ। ਹਾਂਜੀ, ਥੋੜਾ ਅੱਗੇ ਆ ਜਾਓ। ਤੁਸੀਂ ਵੀ ਹਮੇਸ਼ਾ ਹੀ ਇੱਕ ਆਵਾਜ਼ ਸੁਣੀ ਆ ਤੁਸੀਂ, ਜੇ ਆਪਾਂ ਬੁੱਤਾਂ ਦੇ ਬਾਰੇ ਗੱਲ ਕਰਦੇ ਹਾਂ, ਤੇ ਉਸ ਟਾਈਮ ਦੇ ਉੱਤੇ ਇਹ ਸਾਰੀ ਟੀਮ ਉੱਥੇ ਸੀ, ਬੜੀ ਵੱਡੀ ਆਵਾਜ਼ ਚੁੱਕੀ ਸੀ, ਜਿਹਦੇ ਵਿੱਚ ਸਤਿਕਾਰ ਕਮੇਟੀ ਨੇ ਇੱਕ ਵੱਡਾ ਯੋਗਦਾਨ ਪਾਇਆ ਸੀ। ਭੈਣ ਜੀ ਵੀ ਦਿਨ ਰਾਤ ਉੱਥੇ ਸੇਵਾ ਦੇ ਵਿੱਚ ਮੌਜੂਦ ਸੀ। ਅੱਜ ਫਿਰ ਜੁੜੇ ਹੈਗੇ ਆ ਪਾਰਟੀ ਤੌਰ ਤੇ, ਤੁਸੀਂ ਵੀ ਇਹਨਾਂ ਵਿੱਚ ਪਹੁੰਚੇ ਹੋ, ਪਾਰਟੀ ਇੱਕ ਬਣੀ ਹੈਗੀ ਆ। ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਸੇਧ ਮਿਲ ਸਕਦੀ ਆ ਨੌਜਵਾਨੀ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਤੇ ਸਾਡੀਆਂ ਗੁਰੂ ਸਾਹਿਬ ਨੂੰ, ਜਿਵੇਂ ਅਸੀਂ ਬੁੱਤਾਂ ਵਾਲੇ ਮਸਲੇ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ, ਮੈਂ ਤੇ ਰਾਤ ਦਿਨ ਆਪਣੇ ਵੀਰਾਂ ਵਾਸਤੇ ਇਹੋ ਅਰਦਾਸ ਕਰਤੀ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ, ਮੇਰੇ ਇੰਨਿਆਂ ਵੀਰਾਂ ਨੂੰ ਇੰਨੀ ਕਿਸਮਤ ਬਖਸ਼ੋ ਵੀ ਇੱਕ ਨਿਸ਼ਾਨ ਸਭ ਦੇ ਥੱਲੇ ਆਪਣੇ ਮਨ ਮਟਾਓ ਨੂੰ ਮਿਟਾ ਕੇ, ਇੱਕ ਨਿਸ਼ਾਨ ਸਭ ਦੇ ਥੱਲੇ ਇਕੱਤਰ ਹੋ ਕੇ ਸਾਨੂੰ ਪੰਥਕ ਕੰਮ, ਸਮਾਜਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਤੇ ਇਹ ਸਾਡੇ ਹੱਲ ਵੀ ਉਦੋਂ ਹੀ ਹੋਏਗਾ ਜਦੋਂ ਅਸੀਂ ਆਪਣੇ ਮਨ ਮਟਾਵ ਨੂੰ ਮਿਟਾ ਕੇ ਇੱਕ ਨਿਸ਼ਾਨ ਸਭ ਥੱਲੇ ਇਕੱਤਰ ਹੋ ਕੇ, ਤੇ ਫਿਰ ਅਸੀਂ ਇਸ ਕਾਰਜ ਨੂੰ ਕਰਾਂਗੇ। ਤੇ ਜੋ ਵੀ ਅੱਜ ਮੇਰੇ ਵੀਰਾਂ ਨੇ ਫੈਸਲਾ ਲਿਆ ਵਾ, ਤੇ ਮੈਂ ਮਹਾਰਾਜ ਦੇ ਗੜੀ ਇਹੋ ਅਰਦਾਸ ਕਰਾਂਗੀ, ਸੱਚੇ ਪਾਤਸ਼ਾਹ ਸੱਚੀ ਤੇ ਸੁੱਚੀ ਸੇਵਾ ਸਾਡੇ ਕੋਲ ਵੀ ਜ਼ਰੂਰ ਲਿਓ, ਤੇ ਮੇਰੇ ਵੀਰਾਂ ਦੀ ਜੇ ਇਹਨਾਂ ਦੀ ਮਿਹਨਤ ਤੇ ਲਗਨ ਸੱਚੀ ਆ, ਤੇ ਗੁਰੂ ਮਹਾਰਾਜ ਇਹਨਾਂ ਨੂੰ ਜ਼ਰੂਰ ਪ੍ਰਾਪਤੀ ਕਰਨਗੇ ਜੀ। ਜਥੇਬੰਦੀਆਂ ਬਹੁਤ ਜ਼ਿਆਦੀਆਂ ਇਕੱਠੀਆਂ ਹੋ ਰਹੀਆਂ, ਤੁਹਾਨੂੰ ਲੱਗਦਾ ਇਕੱਠੇ ਤੁਰਨਾ ਬਹੁਤ ਸੌਖਾ ਹੋਊਗਾ? ਜਿਵੇਂ ਕਿ ਪਰਮਜੀਤ ਅਕਾਲੀ ਨੇ ਕਿਹਾ ਕਿ ਦੌੜ ਸਾਰਿਆਂ ਦੀ ਇਹ ਹੋਣੀ ਕਿ ਮੈਂ ਅੱਗੇ ਹੋਵਾਂ, ਮੇਰੀ ਪਾਰਟੀ ਅੱਗੇ ਹੋਵੇ, ਪਰ ਇੱਕ ਯੂਥ ਬਣਾ ਕੇ, ਯੂਥ ਵਿੰਗ ਬਣਾ ਕੇ ਕਿਹੜਾ ਕੀਤਾ ਜਾ ਰਿਹਾ, ਫਿਰ ਵੀ ਕੋਸ਼ਿਸ਼ਾਂ ਤੇ ਹੋ ਹੀ ਸਕਦੀਆਂ ਨੇ ਕਿਤੇ ਨਾ ਕਿਤੇ ਕਿ ਮੇਰੀ ਪਾਰਟੀ ਹੀ ਅੱਗੇ ਆਵੇ। ਨਹੀਂ ਜੀ, ਬਿਲਕੁਲ ਇਹ ਚੀਜ਼ਾਂ ਨੂੰ ਸਾਨੂੰ ਅੱਗੇ, ਇਹ ਚੀਜ਼ਾਂ ਨਹੀਂ ਸਾਨੂੰ ਮੈਟਰ ਕਰਦੀਆਂ, ਸਾਨੂੰ ਮੈਟਰ ਕਰਦੀਆਂ ਨੇ ਸਾਡੇ ਜਿਹੜੇ ਸਮਾਜਿਕ ਗਤੀਵਿਧੀਆਂ ਨੇ, ਜਿਹੜੀਆਂ ਸਾਡੀਆਂ ਧਾਰਮਿਕ ਗਤੀਵਿਧੀਆਂ ਨੇ, ਸਾਨੂੰ ਉਹਨਾਂ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਪਿੱਛੇ ਇੱਕ ਸਾਈਡ ਤੇ ਰੱਖ ਕੇ ਨਾ, ਤੇ ਸਾਨੂੰ ਇਹ ਫੇਰ ਤੁਰਨਾ ਪਊਗਾ, ਤੇ ਫੇਰ ਹੀ ਸਾਨੂੰ ਪ੍ਰਾਪਤੀਆਂ ਹੋਣਗੀਆਂ। ਜੇ ਮੈਂ ਕਹਾਂ ਕਿ ਮੈਂ ਅੱਗੇ ਇਹਨਾਂ ਤੋਂ ਅੱਗੇ ਮੈਂ ਚੱਲਾਂ, ਇਹ ਵੀਰ ਕਹਿਣ ਅਸੀਂ ਇਹਨਾਂ ਤੋਂ ਅੱਗੇ ਚੱਲੀਏ, ਇਸ ਤਰ੍ਹਾਂ ਸਾਨੂੰ ਪ੍ਰਾਪਤੀ ਨਹੀਂ ਹੋਊਗੀ। ਗੁਰੂ ਸਾਹਿਬ ਦੇ ਹੁਕਮ, ਜਿਵੇਂ ਗੁਰੂ ਸਾਹਿਬ ਨੇ ਸਿਆਸਤ ਵੀ ਕੀਤੀ ਹੈ, ਤੇ ਧਰਮ ਨੂੰ ਵੀ ਮਹਾਰਾਜ ਨੇ ਉੱਚਾ ਰੱਖਿਆ, ਸਾਨੂੰ ਸਿਆਸਤ ਨੂੰ ਨੀਵਾਂ ਰੱਖ ਕੇ, ਧਰਮ ਨੂੰ ਉੱਚਾ ਰੱਖ ਕੇ, ਧਰਮ ਦੇ ਨਾਲ ਨਾਲ ਸਿਆਸਤ ਵੀ ਸਾਨੂੰ ਬਹੁਤ ਜ਼ਰੂਰੀ ਆ। ਤੇ ਇਹ ਜਿਹੜੇ ਸਾਨੂੰ ਅਹੁਦੇਦਾਰੀਆਂ ਨੇ ਇੱਕ ਪਾਸੇ ਰੱਖ ਕੇ ਸਾਨੂੰ ਤੁਰਨਾ ਪੈਣਾ, ਤੇ ਫਿਰ ਸਾਨੂੰ ਪ੍ਰਾਪਤੀ ਹੋ ਸਕਦੀ ਹੈ। ਧੰਨਵਾਦ ਜੀ। ਹੋਰ ਵੀਰ ਵੀ ਸਾਡੇ ਨਾਲ ਹੈਗੇ, ਕੀ ਸ਼ੁਭ ਨਾਮ ਹੈ? ਪ੍ਰਦੀਪ ਸਿੰਘ ਜੀ। ਪ੍ਰਦੀਪ ਸਿੰਘ ਜੀ, ਤੁਸੀਂ ਵੀ ਸ਼ਾਇਦ ਇਹਦੇ ਕਮੇਟੀ ਦਾ ਮੈਂਬਰ ਬਣੇ। ਹਾਂਜੀ ਹਾਂਜੀ ਹਾਂਜੀ। ਤੇ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਕਿਹੋ ਜਿਹੀ ਐਕਟੀਵਿਟੀ ਹੋਊਗੀ ਪੂਰੇ ਪੰਜਾਬ ਦੇ ਵਿੱਚ? ਜਿਵੇਂ ਕਿ ਪਰਮਜੀਤ ਅਕਾਲੀ ਨੇ ਦੱਸਿਆ ਕਿ ਅੱਗੇ ਹੀ ਸ਼ਾਇਦ ਮਾਝੇ ਦੇ ਵਿੱਚ ਹੀ ਵਿਚਰ ਰਹੇ ਸੀ, ਹੁਣ ਪੂਰੇ ਪੰਜਾਬ 'ਚ ਵਿਚਰਾਂਗੇ। ਜੀ, ਇਹ ਬਣਾਈ ਜਿਹੜੀ ਜਥੇਬੰਦੀ ਸਿੱਖ ਯੂਥ ਆਫ ਪਾਵਰ ਪੰਜਾਬ ਆ, ਇਹ ਬਣਾਈ ਪੂਰੇ ਪੰਜਾਬ ਲੈਵਲ ਤੇ ਹੀ ਆ। ਲਗਭਗ 17-18 ਜ਼ਿਲ੍ਹਿਆਂ ਦੇ ਵਿੱਚ ਕੰਮ ਹੋ ਚੁੱਕਿਆ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਨਾਉਂਸ ਕਰਾਂਗੇ ਜਲਦੀ ਹੀ। ਇਹ ਜਿੰਨੇ ਵੀ ਸਿੰਘ ਹੈਗੇ ਨੇ ਅਲੱਗ-ਅਲੱਗ ਜਥੇਬੰਦੀਆਂ ਤੋਂ ਨੇ, ਕੋਈ ਸਿੰਘ ਜਥੇਬੰਦੀ ਵਿੱਚ ਨਹੀਂ ਵੀ ਸੀਗਾ, ਕੋਈ ਹੈਗੇ ਵੀ ਨੇ, ਪਰ ਜਿਹੜੇ ਵੀ ਸਿੰਘ ਜਥੇਬੰਦੀਆਂ ਵਾਲੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਜਥੇਬੰਦੀ ਮਰਜ਼ ਕਰਨ ਵਾਸਤੇ ਨਹੀਂ ਕਿਹਾ ਗਿਆ, ਤੇ ਹਰ ਇੱਕ ਜਿਹੜਾ ਵੀ ਸਿੰਘ ਆਪਣੀ ਜਥੇਬੰਦੀ 'ਚ ਰਹਿ ਕੇ ਸਾਡੇ ਨਾਲ ਚੱਲ ਸਕਦਾ ਵਾ।
ਕਿਸੇ ਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਆਪਣੀ ਜਥੇਬੰਦੀ ਖਤਮ ਕਰ ਦਿਓ। ਇਹ ਸਾਰੇ ਨੌਜਵਾਨ ਜਿੰਨੇ ਵੀ ਨੇ ਨਿਰਾਸ਼ ਹੋਏ ਹੋਏ ਨੇ ਤੇ ਇਹ ਇੱਕ ਜਿਵੇਂ ਤੁਸੀਂ ਪਹਿਲਾਂ 2022 ਦੀ ਗੱਲ ਕੀਤੀ ਸੀਗੀ ਹਨਾ, ਇਹ ਅਸੀਂ ਚਾਹਾਂਗੇ ਜ਼ਰੂਰ ਕਿ ਜਿਹੜੀ ਵੀ ਪਾਰਟੀ ਸਾਡੀਆਂ ਮੰਗਾਂ ਨੂੰ, ਸਾਡੇ ਕੁਝ ਮੰਗਾਂ ਹੋਣਗੀਆਂ, ਜਿਹੜੀ ਵੀ ਪਾਰਟੀ ਉਹਦੇ ਤੇ ਸਾਡਾ ਸਮਰਥਨ ਕਰੂਗੀ, ਅਸੀਂ ਹੋ ਸਕਦਾ ਵੀ ਉਹਨਾਂ ਨੂੰ ਅਸੀਂ ਸਮਰਥਨ ਦੇਵਾਂਗੇ। ਠੀਕ ਹੈ, ਧੰਨਵਾਦ ਦੀਪ ਸਿੰਘ ਜੀ। ਵੀ ਸਾਡਾ ਨੌਜਵਾਨ ਪੀੜ੍ਹੀ ਵੀ ਬਹੁਤ ਹੱਦ ਤੱਕ ਜੁੜੀ ਹੈਗੀ ਆ। ਵੇਖਦੇ ਹਾਂ ਹੋਰ ਕਿੰਨੀ ਕੁ ਨੌਜਵਾਨ ਪੀੜ੍ਹੀ ਜਿਹੜੀ ਕਿ ਸਿੱਖ ਯੂਥ ਆਫ ਪਾਵਰ ਪੰਜਾਬ ਨਾਲ ਜੁੜਦੀ ਆ। ਕੀ ਸ਼ੁਭਨਾਮੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਪਲਵਿੰਦਰ ਸਿੰਘ ਹੈ ਜੀ। ਸਿੱਖ ਯੂਥ ਪਾਵਰ ਆਫ ਪੰਜਾਬ ਦਾ ਜਿਹੜਾ ਮੇਨ ਕੰਮ ਆ ਨਾ, ਮੇਨ ਕਾਰਨ ਹੈ ਵੀ ਇਹ ਕਿਉਂ ਬਣਾਈ ਗਈ ਹੈ। ਸਭ ਤੋਂ ਵੱਡਾ ਸਵਾਲ ਹੁੰਦਾ ਕਿਉਂ ਬਣਾਈ ਗਈ ਹੈ। ਸਾਡੇ ਬੜੇ ਸਿੰਘ ਜਾਂ ਬੜੇ ਵੀਰ ਆ ਜਿਹੜੇ ਨਾਰਾਜ਼ ਹੋਏ ਆ ਕਈ ਕਮੇਟੀਆਂ ਤੋਂ, ਕਈ ਅਦਾਰਿਆਂ ਤੋਂ, ਕਈ ਜਿੱਥੇ ਸਹੀ ਮੋਰਚੇ ਲਾਏ ਆ, ਮੋਰਚੇ ਜਿਹੜੇ ਅਸਫਲ ਰਹੇ ਆ, ਜਾਂ ਕਈ ਆਗੂ ਇਹੋ ਜਿਹੇ ਆਏ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਫਸਾਇਆ ਵਾ ਤੇ ਆਪ ਉੱਥੋਂ ਚਲੇ ਗਏ ਆ। ਇਹ ਬਣਾਉਣ ਦਾ ਕਾਰਨ ਕੀ ਆ ਵੀ ਜਿਹੜਾ ਸਿੱਖ ਯੂਥ ਪਾਵਰ ਆਫ ਇਸ ਕਰਕੇ ਬਣਾਇਆ ਗਿਆ ਆ ਵੀ ਜਿਹੜੇ ਵੱਖੋ ਵੱਖਰੀ ਜਥੇਬੰਦੀ ਜਿਹੜੇ ਜਥੇਬੰਦੀ 'ਚ ਕੰਮ ਕਰਦਾ ਉਹ ਕਰੇ, ਉਹਨੂੰ ਉਹ ਮੁਬਾਰਕ ਆ। ਭਾਵੇਂ ਕੋਈ ਸਤਿਕਾਰ ਕਮੇਟੀ 'ਚ ਰਵੇ, ਭਾਵੇਂ ਕੋਈ ਜਥਾ ਸਿਰਲਾ ਤੇ ਖਾਲਸਾ ਦੇ ਵਿੱਚ ਜਿਹੜਾ ਜਿੱਥੇ ਹੈਗਾ ਉਹ ਉੱਥੇ ਰਵੇ। ਜੇਕਰ ਕਿਸੇ ਸਿੰਘ ਦੇ ਉੱਪਰ ਕੋਈ ਕਾਰਵਾਈ ਬਣਦੀ ਆ, ਕੋਈ ਕਾਰਨ ਬਣਦਾ ਹੈ, ਉਸ 'ਤੇ ਕੋਈ ਨਿੱਜੀ ਜਾਂ ਪ੍ਰਸ਼ਾਸਨ ਵਾਂਗੂ ਤਰ ਪਰੇਸ਼ਾਨ ਕਰਕੇ ਕੀਤਾ ਜਾਂਦਾ ਆ ਤੇ ਧੱਕਾ ਕੀਤਾ ਜਾਂਦਾ ਕਿਸੇ ਦੇ ਨਾਲ, ਤੇ ਉਹ ਸਾਡੇ ਨਾਲ ਸੰਪਰਕ ਕਰੇ। ਸਿੱਖ ਯੂਥ ਪਾਵਰ ਆਫ ਇਹ ਇੱਕ ਪਾਵਰ ਬਣਾਈ ਗਈ ਹੈ, ਯੂਥ ਦੀ ਪਾਵਰ ਬਣਾਈ ਗਈ ਹੈ, ਜਿੱਥੇ ਸਾਰੇ ਸਿੰਘ ਹੋਣਗੇ, ਇਕੱਠੇ ਹੋਣਗੇ ਤੇ ਉਹਦੇ ਮਗਰ ਤੁਰਨਗੇ। ਜਿਹੜਾ ਬੰਦਾ ਗਲਤ ਆ ਉਹ ਤੇ ਗਲਤ ਆ, ਪਰ ਜਿਹੜਾ ਸਹੀ ਆ ਜਿਹਦੇ ਤੇ ਨਜਾਇਜ਼ ਧੱਕਾ ਹੁੰਦਾ ਹੈ, ਯੂਥ ਜਿਹੜਾ ਇਹ ਪਾਵਰ ਹੈ, ਇਹ ਸਾਡੀ ਪਾਵਰ ਬਣਾਈ ਗਈ ਹੈ, ਯੂਥ ਦੀ ਪਾਵਰ ਬਣਾਈ ਗਈ ਹੈ। ਇਹ ਜਿਹੜੀ ਪਾਵਰ ਹੈ ਸਿੱਖਾਂ ਲਈ ਆ ਤੇ ਸਿੱਖਾਂ ਦੇ ਹੋਣ ਦੇ ਜ਼ੁਲਮ ਦੇ ਲਈ ਇਹ ਪਾਵਰ ਬਣਾਈ ਗਈ ਹੈ। ਤੇ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਵੀਰ ਹੈਗੇ ਆ, ਤੁਸੀਂ ਜਿਹੜੀ ਜਥੇਬੰਦੀ 'ਚ ਹੈਗੇ ਜੇ, ਜਿਹੜੇ ਪੰਥ ਦੇ ਵਿੱਚ ਹੈਗੇ ਜੇ, ਜਿਹੜੀ ਸੰਪਰਦਾ ਦੇ ਵਿੱਚ ਹੈਗੇ, ਤੁਹਾਨੂੰ ਮੁਬਾਰਕ ਆ, ਤੁਸੀਂ ਉੱਥੇ ਰਹਿ ਕੇ ਸੇਵਾ ਕਰ ਸਕਦੇ ਜੀ। ਉਸ ਦੇ ਨਾਲ ਨਾਲ ਤੁਸੀਂ ਯੂਥ ਨੂੰ ਸਾਥ ਦਿਓ। ਅਸੀਂ ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਸਾਡਾ ਯੂਥ ਆ ਕੇ ਜਿਵੇਂ ਸਾਨੂੰ ਕਾਰਵਾਈ ਕਰਨੀ ਪਹਿਲਾਂ ਪਰਮਜੀਤ ਸਿੰਘ ਨੇ ਕਿਹਾ ਵੀ ਔਖਾ ਹੋ ਜਾਂਦਾ ਜ਼ਿਲ੍ਹੇ ਦੇ ਵਿੱਚ, ਇਸ ਤਰ੍ਹਾਂ ਸਾਨੂੰ ਜਿਹੜੀ ਕਾਰਵਾਈ ਕਰਨੀ ਜਿਹੜੀ ਸੌਖੀ ਹੋ ਜਾਂਦੀ, ਤਾਂ ਸਾਨੂੰ ਵੀ ਕਾਰਵਾਈ ਕਰਨੀ ਸੌਖੀ ਹੋ ਜਾਊਗੀ। ਤੇ ਯੂਥ ਨੂੰ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ, ਉਹਦਾ ਜਥੇਦਾਰ ਉਹਨੂੰ ਫਸਾ ਦਿੰਦਾ ਆ, ਜਾਂ ਕੋਈ ਉਹਦਾ ਆਗੂ ਜਾਂ ਉਹਨੂੰ ਕੋਈ ਫਸਾ ਦਿੰਦਾ ਹੈ ਜਿਹੜਾ ਉਸ ਸਮੇਂ ਮੋਰਚਾ ਲਾਉਂਦਾ ਆ, ਤੇ ਜੇਕਰ ਉਸ ਨਾਲ ਕੋਈ ਧੱਕਾ ਹੁੰਦਾ, ਕੋਈ ਵਧੀਕੀ ਹੁੰਦੀ ਆ, ਤੇ ਅਸੀਂ ਉਸ ਦੇ ਨਾਲ ਖੜੇ ਆ। ਯੂਥ ਉਹਦੇ ਨਾਲ ਖੜਾ ਆ, ਯੂਥ ਆਫ ਪਾਵਰ ਸਿੱਖ ਪੰਜਾਬ ਸਭ ਉਹਦੇ ਨਾਲ ਖੜੇ ਆ, ਤੇ ਸਾਰੀ ਜਥੇਬੰਦੀ ਉਸ ਦੇ ਨਾਲ ਖੜੀ ਆ। ਇਸ ਕਰਕੇ ਬਣਾਈ ਗਈ ਇਹ ਹੈਗੀ ਕੀ ਆ, ਜਿਹੜਾ ਇਹਦਾ ਮੇਨ ਮੁੱਢਲਾ ਜਿਹੜਾ ਕੰਮ ਹੈ ਨਾ, ਕਾਰਨ ਕੀ ਹੈ ਇਹ ਇੱਕ ਯੂਥ ਦੀ ਪਾਵਰ ਆ। ਪਾਵਰ ਇਸ ਲਈ ਆ ਕਿ ਅਸੀਂ ਹਰੇਕ ਥਾਂ ਤੇ ਕਾਰਵਾਈਆਂ ਕਰਦੇ ਹਾਂ, ਤੁਹਾਨੂੰ ਵੀ ਪਤਾ ਆਪਾਂ ਕਾਰਵਾਈਆਂ ਕਰਦੇ ਹਾਂ। ਉੱਥੇ ਕੁਝ ਸਿੰਘਾਂ ਦੀ ਕੀ ਹੁੰਦਾ ਵੀ ਜਥੇਦਾਰ ਨੇ ਕਹਤਾ ਨਾ ਵੀ ਕਾਰਵਾਈ ਨਹੀਂ ਹੋਣੀ ਤੇ ਠੱਪ ਹੋ ਜਾਂਦੀ, ਉੱਥੇ ਨਹੀਂ ਹੁੰਦੀ। ਨਹੀਂ ਉੱਥੇ ਕਈ ਵਾਰ ਕਹਿ ਦਿੰਦੇ ਨਹੀਂ ਇਹ ਮੇਰਾ ਇਹੋ ਜਿਹੀ ਕਹਿ ਸਕਦੇ ਕੋਈ ਵੀ ਕਾਰਵਾਈ ਗੁਰੂ ਸਾਹਿਬ ਮਹਾਰਾਜ ਨੂੰ ਲੈ ਕੇ, ਸਾਡੇ ਇਤਿਹਾਸ ਨੂੰ ਲੈ ਕੇ, ਸਾਡੀਆਂ ਭਾਵਨਾਵਾਂ ਨੂੰ ਲੈ ਕੇ, ਸਿੱਖ ਜਜ਼ਬੇ ਨੂੰ ਲੈ ਕੇ, ਤੇ ਸਿੱਖ ਇਤਿਹਾਸ ਗੌਰਵ ਇਤਿਹਾਸ ਨੂੰ ਲੈ ਕੇ ਕੋਈ ਵੀ ਕਾਰਵਾਈ ਹੈ ਜਿੱਥੇ ਢੈਂਦੀ ਕਲਾ ਦੀ ਗੱਲ ਚੱਲ ਪੈਂਦੀ ਆ, ਤੇ ਕੋਈ ਵੀ ਸਿੰਘ ਹੈ ਜਿਹੜਾ ਉੱਥੇ ਇਹ ਗੱਲ ਕਰ ਦਿੰਦਾ ਵੀ ਨਹੀਂ ਆਪਣੇ ਤੋਂ ਕਾਰਵਾਈ ਨਹੀਂ ਕਰਨੀ, ਜਾਂ ਕੋਈ ਕੁਝ ਲੈ ਕੇ ਬਹਿ ਜਾਂਦਾ, ਜਾਂ ਮੰਨ ਲਓ ਵੀ ਤੁਸੀਂ ਕੋਈ ਰਿਸ਼ਤੇਦਾਰੀ ਜਾਂ ਕਿਸੇ ਦਾ ਕੋਈ ਨਿੱਜੀ ਮਸਲਾ ਕੋਈ ਹੋ ਜਾਂਦਾ ਆ ਤੇ ਉਹ ਬਹਿ ਜਾਂਦਾ ਆ, ਉੱਥੇ ਸਿੱਖ ਯੂਥ ਪਾਵਰ ਪੰਜਾਬ ਆਪਣੀ ਸੇਵਾ ਕਰੂਗੀ। ਤੇ ਮਹਾਰਾਜ ਸਾਹਿਬ ਨੇ ਸੇਵਾ ਲੈਣੀ ਹੈ, ਨਾ ਸਾਡੀ ਕਰਤੂਤ ਆ ਤੇ ਨਾ ਸਾਡੇ ਜਥੇਬੰਦੀ ਤੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਸੀਂ ਕਿ ਉੱਥੇ ਅਰਦਾਸ ਬੇਨਤੀ ਕਰਨੀ ਆ। ਸੋ ਦਾਸ ਦੀ ਇਹ ਬੇਨਤੀ ਹੈ ਕਿ ਜਿੰਨਾ ਵੀ ਯੂਥ ਹੈਗਾ ਆ, ਇੱਕ ਵਾਰ ਜ਼ਰੂਰ ਮੌਕਾ ਦਿਓ। ਜਿਹੜੀ ਜਥੇਬੰਦੀ ਦੇ ਵਿੱਚ ਰਹਿੰਦੇ ਜੇ, ਤੁਹਾਨੂੰ ਕੋਈ ਧੱਕਾ ਨਹੀਂ ਵੀ ਤੁਸੀਂ ਮਤਲਬ ਵੀ ਇਹਦੇ ਵਿੱਚ ਰਹੋਗੇ ਤੇ ਉੱਥੇ ਤੁਸੀਂ ਆਪਦੀ ਕਾਰਵਾਈ ਨਹੀਂ ਕਰਨੀ। ਤੁਸੀਂ ਆਪਦੀਆਂ ਕਾਰਵਾਈਆਂ ਜਿੱਥੇ ਮਰਜ਼ੀ ਕਰ ਸਕਦੇ ਜੇ। ਆਪਾਂ ਕੌਮ ਨੂੰ, ਆਪਾਂ ਗੁਰੂ ਨੂੰ, ਆਪਾਂ ਪੰਥ ਨੂੰ ਸਮਰਪਿਤ ਹੋ ਕੇ ਜਿਹੜੀਆਂ ਸੇਵਾਵਾਂ ਕਰਨੀਆਂ ਨੇ, ਇੰਨੀਆਂ ਕੁ ਦਾਸ ਦੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਜੀਤ ਸਿੰਘ ਸਾਡੇ ਨਾਲ ਜੁੜੇ ਹੈਗੇ ਆ, ਰਿਆੜ ਜਿਹੜੇ ਕਥਾਵਾਚਕ ਹੈਗੇ ਆ, ਭੁਪਿੰਦਰ ਸਿੰਘ 6 ਜੂਨ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਵੇਖਿਆ ਹੈਗਾ ਵਾ। ਪਹਿਲਾਂ ਜਗਜੀਤ ਸਿੰਘ ਨਾਲ ਗੱਲ ਕਰਦੇ ਹਾਂ। ਵੀਰ ਜੀ, ਨਵੀਂ ਜਥੇਬੰਦੀ ਹੋਂਦ ਵਿੱਚ ਆਈ ਆ, ਮੈਂ ਪਹਿਲਾਂ ਵੀ ਇਹੋ ਸਵਾਲ ਕੀਤਾ ਕਿ ਸਾਰੇ ਹੀ ਕਿਸੇ ਨਾ ਕਿਸੇ ਜਥੇਬੰਦੀ ਦੇ ਨੁਮਾਇੰਦੇ ਆ, ਕਿਸੇ ਨਾ ਕਿਸੇ ਪਾਸੇ ਜੁੜੇ ਹੋਏ ਆ, ਪਰ ਇੱਕੋ ਹੀ ਆਵਾਜ਼ ਹੈਗੀ ਕਿ ਸਾਰੇ ਨਾਲ ਆਪਾਂ ਇਕੱਠੇ ਹੋਈਏ। ਪਰ ਫਿਰ ਵੀ ਜੇ ਮੈਂ ਅੰਮ੍ਰਿਤਸਰ ਦੀ ਜਥੇਬੰਦੀ ਦੀ ਗੱਲ ਕਰਾਂ, ਬਹੁਤਾਤ ਦੇ ਵਿੱਚ ਅੱਜ ਇਤਨੀ ਇੱਥੇ ਪਹੁੰਚੀਆਂ, ਹੋਰ ਨਾਲ ਇਲਾਕਿਆਂ ਦੀ ਵੱਖਰੀ ਗੱਲ ਸੀ। ਕੀ ਕਾਰਨ ਇਹਦੇ? ਸਭ ਤੋਂ ਪਹਿਲਾਂ ਦਾਸ ਜਗਜੀਤ ਸਿੰਘ ਰਿਆੜ ਦੇ ਵੱਲੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਜਿਹੜੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਨੇ, ਜਿੰਨੇ ਅਸੀਂ ਸਿੰਘ ਇੱਥੇ ਇਕੱਠੇ ਹੋਣੇ ਚਾਹੀਦੇ ਸੀ ਨਹੀਂ ਹੋਏ, ਕਿਉਂਕਿ ਕਰੋਨਾ ਚੱਲ ਰਿਹਾ ਹੈ। ਜਿਹੜੀ ਆਪ ਜੀ ਨੇ ਗੱਲ ਕੀਤੀ ਕਿ ਜਥੇਬੰਦੀਆਂ ਪਹਿਲਾਂ ਵੀ ਬਹੁਤ ਨੇ ਤੇ ਸਾਰੀਆਂ ਆਪੋ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਨੇ। ਇਹ ਹੋ ਜਾਂਦਾ ਕਿ ਕਿਸੇ ਵੇਲੇ ਸਿੰਘਾਂ ਦੇ ਵਿੱਚ ਕੋਈ ਮਤਭੇਦ ਹੋ ਜਾਂਦੇ ਨੇ, ਉਹਦੇ ਕਰਕੇ ਆਪਾਂ ਇੱਕ ਦੂਜੇ ਤੋਂ ਪਿੱਛੇ ਹਟ ਜਾਂਦੇ ਹਾਂ, ਜਾਂ ਕਈ ਜਥੇਬੰਦੀਆਂ ਜਿਹੜੀਆਂ ਪੰਥਕ ਜਿਹੜੇ ਮਸਲੇ ਆ ਉਹ ਹੱਲ ਨਹੀਂ ਕਰਨਾ ਚਾਹੁੰਦੀਆਂ, ਉਹਦੇ ਕਰਕੇ ਜਿਹੜੇ ਨੌਜਵਾਨ ਆ ਉਹਨਾਂ ਦੇ ਵਿੱਚ ਬੜੀ ਨਿਰਾਸ਼ਤਾ ਜਿਹੜੀ ਪੈਦਾ ਹੁੰਦੀ ਆ। ਤੇ ਅੱਜ ਇਹ ਸਾਰੇ ਸਿੰਘਾਂ ਦੇ ਵੱਲੋਂ ਇਕੱਠੇ ਹੋ ਕੇ, ਯੂਥ ਦੇ ਵੱਲੋਂ ਇਕੱਠੇ ਹੋ ਕੇ ਇਹ ਜਿਹੜੀ ਜਥੇਬੰਦੀ ਗਠਿਤ ਕੀਤੀ ਗਈ ਹੈ, ਤੇ ਦਾਸ ਨੂੰ ਵੀ ਸੱਦਾ ਪਹੁੰਚਿਆ ਤੇ ਸਿੰਘਾਂ ਦੇ ਨਾਲ ਦਾਸ ਵੀ ਪਹੁੰਚਿਆ ਹੈ। ਤੇ ਇਹੋ ਹੀ ਸਾਰੇ ਸਿੰਘਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਚਾਹੇ ਸਾਡੇ ਵਿੱਚ ਮਤਭੇਦ ਵੀ ਹੁੰਦੇ ਨੇ,
ਤੇ ਗੁਰੂ ਸਾਹਿਬ ਦਾ ਬਚਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ, ਕਿ ਜਿੱਥੇ ਵੀ ਕੌਮ ਦਾ ਮਸਲਾ ਆਉਂਦਾ ਹੈ, ਪੰਥਕ ਕੋਈ ਮਸਲਾ ਆਉਂਦਾ, ਸਾਨੂੰ ਆਪਣੇ ਸਾਰੇ ਮਤ ਭੇਦ ਮਿਟਾ ਕੇ ਉੱਥੇ ਖੜਨਾ ਚਾਹੀਦਾ, ਭਾਵੇਂ ਕੋਈ ਵੀ ਜਥੇਬੰਦੀ ਹੋਵੇ। ਪਿੱਛੇ ਆਪ ਜੀ ਨੇ ਦੇਖਿਆ ਇਤਿਹਾਸ ਦੇ ਵਿੱਚ ਵੀ ਮਿਸਲਾਂ ਦੇ ਵਿੱਚ ਵੀ ਬਹੁਤ ਮਤਭੇਦ ਰਹੇ ਨੇ, ਪਰ ਜਦੋਂ ਕੋਈ ਦੁਸ਼ਮਣ ਕੋਈ ਬਾਹਰੋਂ ਵਾਰ ਕਰਦਾ ਸੀ ਤਾਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ। ਸਾਨੂੰ ਵੀ ਇਸੇ ਤਰ੍ਹਾਂ ਚਾਹੀਦਾ ਕਿ ਜਦੋਂ ਕੋਈ ਸਾਡੇ ਤੇ ਹਮਲਾ ਹੁੰਦਾ ਆ, ਜਦੋਂ ਕਿਤੇ ਬੇਦਬੀਆਂ ਗੁਰੂ ਸਾਹਿਬਾਨਾਂ ਦੀਆਂ ਹੁੰਦੀਆਂ, ਸਾਨੂੰ ਸਾਰੀ ਕੌਮ ਨੂੰ ਇੱਕ ਥਾਂ ਤੇ ਇਕੱਠਾ ਹੋਣਾ ਚਾਹੀਦਾ। ਇਸੇ ਕਰਕੇ ਜਿਹੜੇ ਹੁਣ ਸਿੰਘ ਸਾਰਾ ਯੂਥ ਇਕੱਠਾ ਹੋ ਰਿਹਾ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਗਰਾਊਂਡ ਲੈਵਲ ਤੇ ਅੱਗੇ ਹੋ ਕੇ ਜਿਹੜੇ ਕਾਰਜ ਕਰੀਏ। ਭਾਵੇਂ ਸਾਰੇ ਜਥੇਬੰਦੀ ਜਿਹੜੀਆਂ ਸਰਮੌਰ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਪਰ ਉਹਨਾਂ ਨੂੰ ਜਿਵੇਂ ਵੱਡੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੱਡੇ ਲੈਵਲ ਤੇ ਅੱਗੇ ਆਣ ਕੇ ਜਿਹੜੇ ਕੰਮ ਕਰਨੇ ਚਾਹੀਦੇ ਆ, ਤੇ ਤਾਂ ਜੋ ਸਾਰੇ ਨੌਜਵਾਨ ਜਿਹੜੇ ਆ ਉਹਨਾਂ ਦੇ ਮਗਰ ਲੱਗ ਕੇ ਤੇ ਮਗਰ ਚੱਲ ਸਕਣ। ਥੈਂਕ ਯੂ ਜੀ। ਭੁਪਿੰਦਰ ਸਿੰਘ ਜੀ, 2 ਦਿਨ ਤੋਂ ਖਬਰਾਂ ਆ ਰਹੀਆਂ ਹੈਗੀਆਂ ਵਾ ਪੰਜਾਬ ਨੂੰ ਕਿਤੇ ਚਿੱਟੇ ਦੀ ਮਾਰ ਚੱਲਣੀ ਪਈ। ਪਹਿਲੋਂ ਨਸ਼ਿਆਂ ਦੇ ਵਿੱਚ ਗਲਤਾਨ ਸਾਡਾ ਪੰਜਾਬ, ਜਿਹਦੇ ਵਿੱਚ ਨੌਜਵਾਨ ਪੀੜ੍ਹੀ ਦਾ ਖੂਬ ਘਾਣ ਹੋਇਆ। ਹੁਣ ਫਿਰ ਕੱਲ੍ਹ ਦੀਆਂ ਖਬਰਾਂ ਜਿਹੜੀਆਂ, ਕਿਉਂਕਿ ਜੇ ਮਾਝੇ ਦੀ ਗੱਲ ਕਰਦੇ ਹਾਂ ਤਾਂ ਬਹੁਤ ਹੱਦ ਤੱਕ ਮੌਤਾਂ ਹੋ ਚੁੱਕੀਆਂ ਕੇਵਲ ਸ਼ਰਾਬ ਦੇ ਕਾਰਨ ਹੀ। ਕੀ ਲੱਗਦਾ ਤੁਹਾਨੂੰ ਇਹ ਵੀ ਕੋਈ ਸਾਜ਼ਿਸ਼ ਦਾ ਹਿੱਸਾ ਹੋ ਸਕਦਾ? ਤੇ ਇਹ 'ਤੇ ਸਿੱਖ ਯੂਥ ਫਾਰ ਪਾਵਰ ਪੰਜਾਬ ਜਿਹੜੀ ਜਥੇਬੰਦੀ ਹੋ ਚਾ ਰਹੀ ਆ, ਇਹਨਾਂ ਕੰਮਾਂ ਵਾਸਤੇ ਵੀ ਅੱਗੇ ਆਊਗੀ? ਹਾਂਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਤੁਹਾਡੇ ਕੈਮਰੇ ਦੀ ਨਿਗਾਹ ਗਈ ਹੋਊਗੀ ਕਿ ਇੱਥੇ ਅੰਮ੍ਰਿਤਧਾਰੀ ਸਿੰਘਾਂ ਦੇ ਨਾਲ ਜਿਹੜੇ ਸਿਰ ਤੋਂ ਮੋਨੇ ਵੀਰ ਨੇ ਜਾਂ ਜਿਨ੍ਹਾਂ ਨੇ ਦਾੜਾ ਕਟਾਇਆ ਹੋਇਆ, ਉਹ ਵੀ ਵੀਰ ਸਾਡੇ ਨਾਲ ਨੇ। ਸਾਡਾ ਮੇਨ ਮੋਟਿਵ ਇਹ ਆ ਵੀ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ, ਇਹਨਾਂ ਤੋਂ ਨਫ਼ਰਤ ਨਹੀਂ ਕਰਨੀ। ਜਦੋਂ ਕੋਈ 10 ਵੀਰ 100 ਅੰਮ੍ਰਿਤਧਾਰੀ ਸਿੰਘਾਂ ਦੇ ਨਾਲ ਚੱਲਣਗੇ ਤੇ ਕੁਦਰਤੀ ਉਹਨਾਂ ਨੂੰ ਜਿਹੜਾ ਰੰਗ ਆਉਣਾ ਨਾ, ਨੈਚੁਰਲ ਆ, ਸੁਭਾਵਿਕ ਹੈ ਉਹਨਾਂ ਨੂੰ ਇਹ ਰੰਗ ਆਉਣਾ। ਤੇ ਜਿਹੜੇ ਵੀਰ ਨਸ਼ਿਆਂ ਦੇ ਵਿੱਚ ਗੁਲਤਾਨ ਹੋਣਗੇ ਜਾਂ ਜਿਹੜੇ ਥੋੜਾ ਬਹੁਤਾ ਨਸ਼ਾ ਕਰਦੇ ਨੇ, ਉਹਨਾਂ ਨੂੰ ਛੱਡਣਾ ਹੀ ਪੈਣਾ ਜੇ ਸਾਡੇ ਨਾਲ ਤੁਰਨਾ ਵਾ। ਤੇ ਫਿਰ ਮੇਨ ਚੀਜ਼ ਜਿਹੜੀ ਮੈਂ ਰੱਖਦਾ ਜੀ, ਇਹ ਤੇ ਸਾਜ਼ਿਸ਼ ਆ। ਹੁਣ ਪੂਰੇ ਭਾਰਤ ਦੇ ਵਿੱਚ ਤੁਸੀਂ ਘੁੰਮ ਕੇ ਵੇਖੋ, ਇੰਨਾ ਨਸ਼ਾ ਕਿਤੇ ਨਹੀਂ ਹੋਊਗਾ ਜਿੰਨਾ ਪੰਜਾਬ ਦੇ ਵਿੱਚ ਆ। ਮਤਲਬ ਉਹਨਾਂ ਨੇ ਵੇਖ ਲਿਆ ਵੀ ਇਹਨਾਂ ਨੂੰ ਟੈਂਕਾਂ, ਤੋਪਾਂ, ਗੋਲੀਆਂ, ਬਰੂਦ, ਨਚਾਰਾਂ ਦੇ ਨਾਲ ਸਾਰਿਆਂ ਨੇ ਢਾਹ ਕੇ ਵੇਖ ਲਿਆ, ਇਹ ਨਹੀਂ ਹਟੇ, ਇਹਨਾਂ ਨੂੰ ਨਸ਼ੇ ਤੇ ਲਾ ਦਿਓ। ਔਰ ਨਸ਼ਾ ਤੇ ਜਿਹੜੀ ਲੱਚਰਤਾ ਨਾ, ਉਹ ਐਸੇ ਪੂਰੀ ਭਰਮਾਰ ਹੈ ਇਸ ਚੀਜ਼ ਦੀ। ਹੁਣ ਤੁਸੀਂ ਪਿੱਛੇ ਵੇਖਿਆ ਹੋਣਾ ਵੀ ਸਰਕਾਰਾਂ ਦਾ ਕੀ ਕੰਮ ਆ ਕਿ ਸਿੱਧੂ ਮੂਸੇਵਾਲੇ ਨੇ ਅਸਲੀ AK-47 ਦੇ ਨਾਲ ਫਾਇਰ ਕਰਦਾ ਵਾ, ਤੇ ਸਰਕਾਰ ਨੂੰ ਉਹਦੀ ਲੋੜ ਆ। ਸਰਕਾਰ ਨੇ ਲੋਕਾਂ ਨੂੰ ਨਚਾਰ ਬਣਾਉਣਾ ਵਾ ਤੇ ਉਹਨੂੰ ਡੰਮੀ ਬਣਾਤਾ, ਇੱਕ ਖਿਡੌਣਾ ਬਣਾਤਾ। ਤੁਸੀਂ ਵੇਖਿਆ ਹੋਣਾ ਕਿ ਸਰਕਾਰ ਕੁਝ ਵੀ ਕਰ ਸਕਦੀ ਆ। ਸਰਕਾਰ ਨੇ ਆਪਣੀ CID ਥਰੂ, ਪ੍ਰਸ਼ਾਸਨ ਥਰੂ ਸਾਰਿਆਂ ਦਾ ਆਈਡੀਆ ਲਾਇਆ ਵਾ ਵੀ ਫਲਾਣੀ ਜਥੇਬੰਦੀ ਆ, ਇਹਦੇ ਨਾਲ 15 ਸਿੰਘ ਆ, ਇਹਦੇ ਨਾਲ 50 ਸਿੰਘ ਆ। 50 ਸਿੰਘ ਵਾਲੀ ਜਥੇਬੰਦੀ ਨਾਲ ਉਹਨਾਂ ਗੱਲ ਕਰਨ ਦਾ ਤਰੀਕਾ ਹੋਰ ਹੁੰਦਾ, ਤੇ 15 ਸਿੰਘਾਂ ਵਾਲੀ ਜਥੇਬੰਦੀ ਨਾਲ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਕੁਝ ਹੋਰ ਹੋ ਜਾਂਦਾ। ਜਿੱਥੇ 200 ਸਿੰਘ ਦੀ ਜਥੇਬੰਦੀ ਹੁੰਦੀ ਆ, ਫਿਰ ਉੱਥੇ ਪ੍ਰਸ਼ਾਸਨ ਨੂੰ ਥੋੜਾ ਝੁਕਣਾ ਵੀ ਪੈ ਜਾਂਦਾ। ਤੇ ਜਦੋਂ ਕੋਈ 5-7 ਸਿੰਘ ਵਾਲੀ ਜਥੇਬੰਦੀ ਜਾਂਦੀ ਹੈ, ਜਿਹੜਾ 5-7 ਸਿੰਘ ਕਿਸੇ ਆਗੂ ਨਾਲ ਗੱਲ ਕਰਨ ਜਾਂਦੇ, ਪੁਲਿਸ ਵਾਲੇ ਆਗੂ ਨਾਲ, ਫਿਰ ਉਹਨਾਂ ਦਾ ਰਵੱਈਆ ਬਿਲਕੁਲ ਵੱਖਰਾ ਹੋ ਜਾਂਦਾ। ਜਦੋਂ ਕੋਈ ਸਾਡਾ ਸਿੰਘ ਫੜਿਆ ਜਾਂਦਾ ਵਾ, ਜੇ ਤੇ ਆਪਾਂ 100-200 ਦੀ ਗਿਣਤੀ ਉੱਥੇ ਇਕੱਠੀ ਕਰ ਲੈਂਦੇ ਆ, ਤੇ ਪੁਲਿਸ ਨੂੰ, ਪ੍ਰਸ਼ਾਸਨ ਨੂੰ ਥੋੜਾ ਜਿਹਾ ਬੈਕਫੁੱਟ ਤੇ ਹੋਣਾ ਪੈਂਦਾ ਵਾ। ਫਿਰ ਉਹਨਾਂ ਨੂੰ ਮੰਗਾਂ ਜਿਹੜੀਆਂ ਮੰਨਣੀਆਂ ਪੈਂਦੀਆਂ। ਤੇ ਆਪਾਂ ਵੇਖਿਆ ਵੀ ਲਾਸਟ ਹੁਣ ਜਿਹੜੇ ਆਪਾਂ ਮੋਰਚੇ ਲਾਏ, ਬੁੱਤਾਂ ਵਾਲਾ ਮੋਰਚਾ 8 ਦਿਨ ਨਹੀਂ ਸੀ ਚੱਲਣਾ। 10 ਦਿਨ ਜਿਹੜਾ ਵੀ ਚੱਲਿਆ ਨਾ, 8-10 ਦਿਨ ਉਹ ਨਹੀਂ ਸੀ ਚੱਲਣਾ ਜੇ ਕਿਤੇ ਅਸੀਂ 500-700 ਸਿੰਘ ਉੱਥੇ ਇਕੱਠਾ ਹੋ ਜਾਂਦੇ। ਇੱਕ ਸੂਰੀ ਦੇ ਉੱਤੇ ਪਰਚਾ ਕਰਾਉਣ ਗਏ ਸੀਗੇ, ਉਹਨਾਂ ਨੇ ਵੇਖਿਆ ਵੀ ਇਹ 15 ਕੁ ਜਾਣੇ ਆਏ ਆ ਤੇ ਕੱਲ ਕਰਾਂਗੇ ਜੀ ਪਰਚਾ, ਪਰਸੋਂ ਕਰਾਂਗੇ ਜੀ। ਉਹ ਖੱਜਲ ਖਵਾ ਸਾਨੂੰ ਹੋਣਾ ਪਿਆ। ਉਸ ਤੋਂ ਬਾਅਦ ਜਦੋਂ ਸਿੰਘਾਂ ਨੇ ਮੋਰਚਾ ਲਾ ਲਿਆ, ਭਾਈ ਬਲਬੀਰ ਸਿੰਘ ਮੁੱਛਲ ਹੋਣਾ ਨੇ ਮੋਰਚਾ ਲਾਇਆ, ਸਿੰਘ ਇਕੱਠੇ ਹੋਏ, ਫਿਰ ਉਹਨਾਂ ਨੇ ਸ਼ਾਮ ਤੋਂ ਰਾਤ ਨਹੀਂ ਹੋਣ ਦਿੱਤੀ ਤੇ ਉਹਨਾਂ ਨੇ ਫਟਾਫਟ ਹੀ ਪਰਚਾ ਕਰ ਦਿੱਤਾ। ਹੁਣ ਸਾਡਾ ਜਿਹੜਾ ਮੇਨ ਮੋਟਿਵ ਆ ਕਿ ਸਿੰਘਾਂ ਦੀ ਇਕੱਤਰਤਾ ਕਰਨੀ। ਆਪਾਂ ਜੇ ਪੂਰੇ ਪੰਜਾਬ 'ਚ ਜਥੇਬੰਦੀ ਲੈ ਕੇ ਚੱਲਦੇ ਆ, ਮੰਨ ਲਓ ਅੱਜ ਸਾਡੇ ਕੋਲ ਹਰ ਜ਼ਿਲ੍ਹੇ ਦੇ ਵਿੱਚ 50 ਸਿੰਘ ਨੇ ਜਿਹੜੇ ਮੌਜੂਦ ਨੇ, ਸਾਡੇ ਕੋਲ ਇਹਨਾਂ ਦੀਆਂ ਲਿਸਟਾਂ ਤਿਆਰ ਆ। ਜੇ ਸਾਡੇ ਕੋਲ ਹਰ ਜ਼ਿਲ੍ਹੇ ਦੇ ਵਿੱਚ 50 ਸਿੰਘ ਹੈਗੇ ਨੇ, ਤੇ ਤੁਸੀਂ ਸੋਚ ਸਕਦੇ ਹੋ ਵੀ ਜਥੇਬੰਦੀ ਅੱਜ ਅਨਾਉਂਸ ਹੋਈ, ਸਾਡੇ ਕੋਲ 1200 ਸਿੰਘ ਦੇ ਕਰੀਬ ਹੈਗੇ ਨੇ। ਇਸ ਤੋਂ ਬਾਅਦ ਵੀ ਸਿੰਘ ਜੁੜਨਗੇ ਸਾਡੇ ਨਾਲ। ਜਿਹੜੇ ਸਿੰਘ ਜੁੜਾਂਗੇ ਆਪਾਂ ਉਹਨਾਂ ਦੇ ਹਰ ਤਰੀਕੇ ਦੇ ਨਾਲ ਆਪਾਂ ਉਹਨਾਂ ਦੇ ਨਾਲ ਤੁਰਾਂਗੇ। ਕਿਤੇ ਧੱਕਾ ਹੁੰਦਾ ਆ, ਮੰਨ ਲਓ ਕਿਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਸੇ ਦੇ ਨਾਲ ਕੋਈ ਪ੍ਰਸ਼ਾਸਨ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਵਾ, ਉੱਥੇ 1000 ਸਿੰਘ ਇੱਕ ਦਿਨ ਦੇ ਵਿੱਚ ਇਕੱਠਾ ਹੋ ਜਾਂਦਾ ਵਾ, ਤੇ ਪ੍ਰਸ਼ਾਸਨ ਨੂੰ ਉੱਥੇ ਝੁਕਣਾ ਪੈ ਸਕਦਾ ਵਾ ਜੇ ਨਜਾਇਜ਼ ਕਰਦਾ ਹੋਊਗਾ। ਜੇ ਬੰਦਾ ਜਾਇਜ਼ ਹੋਊਗਾ ਤੇ ਫਿਰ ਸਾਨੂੰ ਵੀ ਕੋਈ ਲੋੜ ਨਹੀਂ ਹੋਊਗੀ ਵੀ ਉਹਦੇ ਨਾਲ ਉਹਨੂੰ ਕੋਈ ਬਚਾਇਆ ਜਾ ਸਕੇ ਜਿਹੜਾ ਕੋਈ ਬੰਦਾ ਗਲਤ ਕਰਦਾ ਹੋਊਗਾ। ਤੇ ਜੇ ਪੁਲਿਸ ਨਜਾਇਜ਼ ਕਰੂਗੀ ਤੇ ਜਥੇਬੰਦੀ ਉੱਥੇ ਖਲੋਊਗੀ। ਤੇ ਜਿੰਨਾ ਆਪਾਂ ਤਾਂ ਇਹ ਕਹਿੰਦੇ ਆ ਵੀ ਜਿੰਨੇ ਸਿੰਘ ਸਾਡੇ ਨਾਲ ਜੁੜਨਗੇ, ਆਪਾਂ ਜਿਹੜੇ ਧੱਕੇਸ਼ਾਹੀਆਂ ਗੌਰਮੈਂਟਾਂ ਦੀਆਂ ਉਹਨਾਂ ਨੂੰ ਰੋਕਿਆ ਜਾ ਸਕੇ। ਧੱਕੇਸ਼ਾਹੀਆਂ ਤਾਂ ਆ ਵੀ ਉਹਨਾਂ ਨੂੰ ਪਤਾ ਵਾ ਵੀ ਇਹ ਵੰਡੇ ਹੋਏ ਸਿੰਘ ਆ, ਹਰੇਕ ਨੂੰ ਚੌਧਰ ਦੀ ਭੁੱਖ ਆ। ਸਰਕਾਰਾਂ ਦੇ ਬਹੁਤ ਸਾਰੇ ਹੱਥ ਹੁੰਦੇ ਆ,
ਸਰਕਾਰਾਂ ਦੇ ਨਾ ਸਰਕਾਰ ਆਪਣੇ ਦਲਾਲਾਂ ਦੇ ਥਰੂ ਹਰੇਕ ਜਥੇਬੰਦੀ ਨੂੰ ਚੱਲ ਇਹਦੇ ਨਾਲ 50 ਸਿੰਘ ਆ, ਇਹਨੂੰ ਆਹ ਲੋਲੀਪੌਪ ਦੇ ਦਿਓ ਤੇ ਇਹਨੂੰ ਆਪਣੇ ਨਾਲ ਤੋਰੀ ਰੱਖੋ, ਇਹਨੂੰ ਚੁੱਪ ਕਰਾ ਲਿਓ। ਹੁਣ ਕਿਉਂ ਨਹੀਂ ਬੋਲਦੇ ਜਿਹੜੇ ਜਦੋਂ ਧੱਕਾ ਹੁੰਦਾ ਆ, ਕਿਉਂ ਨਹੀਂ ਬੋਲਦੇ? ਕਿਉਂਕਿ ਸਾਰਿਆਂ ਨੇ ਸਰਕਾਰਾਂ ਤੋਂ ਫਾਇਦੇ ਲਏ ਆ, ਸਾਰਿਆਂ ਨੇ ਨਹੀਂ ਮੈਂ ਕਹਿ ਸਕਦਾ, ਕੁਝ ਲੋਕਾਂ ਨੇ ਸਰਕਾਰਾਂ ਤੋਂ ਫਾਇਦੇ ਲਏ ਆ, ਫਿਰ ਉਹਨਾਂ ਦੇ ਮੂੰਹ ਬੰਦ ਹੀ ਰਹਿੰਦੇ ਆ, ਫਿਰ ਉਹ ਬੋਲਦੇ ਨਹੀਂਗੇ। ਤੇ ਸਾਡਾ ਮੇਨ ਮਕਸਦ ਸੀਗਾ ਜਥੇਬੰਦੀ ਬਣਾਉਣ ਦਾ ਕਿ ਆਪਾਂ ਜਿਹੜੀ ਬਹੁਤਾਤ ਜਿਹੜੇ ਸਿੰਘ ਜਿਹੜੇ ਖੁਆਰ ਹੋਣਦੇ ਆ ਉਹਨਾਂ ਨੂੰ ਇਕੱਠਿਆਂ ਕੀਤਾ ਜਾਵੇ। ਅੱਜ ਤੱਕ ਜਿੰਨੀ ਵਾਰੀ ਵੀ ਤੁਸੀਂ ਵੇਖਿਆ ਪੰਥ ਨੇ ਕਦੀ ਕਿਸੇ ਜਥੇਦਾਰ ਨੂੰ ਧੋਖਾ ਨਹੀਂ ਦਿੱਤਾ। ਜਦੋਂ ਧੋਖਾ ਦਿੱਤਾ ਮੁਖੀਆਂ ਨੇ ਦਿੱਤਾ, ਕੁਝ ਵਿਕ ਗਏ ਤੇ ਕੁਝ ਡਰ ਗਏ। ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਜਿੰਨੇ ਵੀ ਸਿੰਘ ਆਪਾਂ ਇਕੱਤਰ ਹੋਵਾਂਗੇ, ਜਿਹੜੇ 5 ਮੁਖੀ, ਇਹਦੇ 'ਚ ਇੱਕ ਮੁਖੀ ਕੋਈ ਨਹੀਂਗਾ, 5 ਮੈਂਬਰੀ ਕਮੇਟੀ ਬਣੀ ਆ, ਅਸੀਂ ਇਹ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਇਹਨਾਂ 5 ਦੇ ਵਿੱਚੋਂ ਨਾ ਹੀ ਕੋਈ ਡਰੇ ਤੇ ਨਾ ਹੀ ਕੋਈ ਵਿਕੇ। ਤੇ ਜੇ ਇਹ ਚੀਜ਼ ਨਾ ਹੋਗੀ ਤੇ ਸਾਡੇ ਵਾਸਤੇ ਕੋਈ ਵੀ ਜਿਹੜੀ ਹੈ ਨਾ ਚੀਜ਼ ਆਪਣਾ ਸਰ ਕਰਨਾ ਕੋਈ ਔਖਾ ਨਹੀਂ ਹੋਗਾ, ਕੋਈ ਵੀ ਮੰਜ਼ਿਲ ਸਰ ਕਰਨੀ ਔਖੀ ਨਹੀਂ ਹੋਊਗੀ। ਧੰਨਵਾਦ ਜੀ। ਭੁਪਿੰਦਰ ਸਿੰਘ ਪਰਮਜੀਤ ਅਕਾਲੀ ਇੱਕ ਵਾਰੀ ਲਾਸਟ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਆ। ਪਰਮਜੀਤ ਜੀ 5 ਮੈਂਬਰ ਜੁੜ ਚੁੱਕੇ ਆ ਤੁਹਾਡੇ ਨਾਲ, ਥੋੜ੍ਹਾ ਜਿਹਾ ਅੱਗੇ ਆ ਜਾਓ। 5 ਮੈਂਬਰਾਂ ਦੀ ਕਮੇਟੀ ਬਣ ਚੁੱਕੀ ਹੈ। ਆਉਣ ਵਾਲੇ ਸਮੇਂ 'ਚ ਕਮੇਟੀ 'ਚ ਵਾਧਾ ਵੀ ਹੋ ਸਕਦਾ ਕਿ ਜਾਂ 5 ਮੈਂਬਰਾਂ ਤੱਕ ਸੀਮਤ ਆ, ਇਹਦਾ ਆਉਣ ਵਾਲੇ ਸਮੇਂ 'ਚ ਕੋਈ ਪ੍ਰਧਾਨ ਵੀ ਬਣ ਸਕਦਾ, ਕੀ ਲੱਗਦਾ ਤੁਹਾਨੂੰ? ਨਹੀਂ ਜੀ, ਬਿਲਕੁਲ ਨਹੀਂ, 5 ਮੈਂਬਰੀ ਕਮੇਟੀ ਹੀ ਰਹੇਗੀ। ਕੋਈ ਸੇਵਾ ਛੱਡ ਕੇ ਚੱਲ ਜੇ ਉਹ ਇੱਕ ਵੱਖਰਾ ਪੈਰਾ ਵੀ ਉਹਦੀ ਜਗ੍ਹਾ ਕੋਈ ਹੋਰ ਸਿੰਘ ਆ ਜੇ, ਪਰ 5 ਮੈਂਬਰੀ ਹੀ ਰਹੇਗੀ। ਜੋ ਇੱਕ ਢਾਂਚਾ ਤਿਆਰ ਕੀਤਾ ਗਿਆ ਵਾ ਉਹਦੇ ਮੁਤਾਬਕ ਜ਼ਿਲ੍ਹਾ ਵਾਈਜ਼ ਪ੍ਰਧਾਨ ਲਾਏ ਜਾਣਗੇ। ਸਾਡੀ ਕੋਸ਼ਿਸ਼ ਬਾਅਦ ਤਹਿਸੀਲ ਵਾਈਜ਼ ਵੀ ਆ, ਸਬ ਤਹਿਸੀਲ ਵਾਈਜ਼ ਵੀ ਆ, ਹੌਲੀ ਹੌਲੀ ਗਰੋਥ ਕਰਦਿਆਂ ਹੋਇਆਂ ਜਿਵੇਂ ਮਾਰੇ ਹੁਕਮ ਕਰਨਗੇ ਸੇਵਾਵਾਂ ਚੱਲਦੀਆਂ ਰਹਿਣਗੀਆਂ। ਪਰ ਜਿਹੜੀ ਇੱਕ ਪ੍ਰਧਾਨ ਨਾ ਬਣਾਉਣ ਦਾ ਕਾਰਨ ਸਭ ਤੋਂ ਜ਼ਿਆਦਾ ਇਹ ਸਾਰੇ ਦੇ ਮੰਗ ਇਹ ਸੀ ਵੀ ਕਈ ਵਾਰੀ ਆਪਾਂ ਇੱਕ ਬੰਦੇ ਨੂੰ ਅੱਗੇ ਲਾ ਦਿੰਦੇ ਹਾਂ, ਬਾਅਦ 'ਚੋਂ ਜਿਵੇਂ ਭਾਈ ਸਾਹਿਬ ਕੇ ਡੋਲ ਜਾਂਦਾ, ਵਿਕ ਜਾਂਦਾ ਜਾਂ ਕੁਝ ਵੀ ਹੋ ਜਾਂਦਾ। ਉਹ ਕਹਿ ਰਿਹਾ ਜੀ ਇੱਕ 5 ਦੇ ਵਿੱਚੋਂ 1 ਜਾਂ 2 ਜਾਣਗੇ ਵੀ 3 ਸਿੰਘ ਤਾਂ ਸਟੈਂਡ ਲੈਣਗੇ ਨਾ, 3 ਸਿੰਘ ਖੜੇ ਹੋਣਗੇ। ਸੋ ਇਹ ਕਾਰਨ ਕਰਕੇ ਕਿਤੇ ਨਾ ਕਿਤੇ ਸਾਡੇ ਵੱਲੋਂ 5 ਮੈਂਬਰੀ ਬਣਾਈ ਗਈ ਹੈ ਜੀ। ਜੀ ਕੁਝ ਘਾਟ ਜੀ ਲੱਗ ਰਹੀ ਆ, ਕੀ ਕਾਰਨ? ਜਥੇਬੰਦੀ ਦੇ ਕੁਝ ਨੁਮਾਇੰਦੇ ਤੁਹਾਡੇ ਜਿਹੜੇ ਸਾਥੀ ਹੈਗੇ ਨਹੀਂ ਦਿਖ ਰਹੇ, ਇਹਦੇ ਵਿੱਚ ਕਰੋਨਾ ਕਾਰਨ ਕਹਿ ਸਕਦੇ ਆ ਜਾਂ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਆ ਸਾਰੀਆਂ ਜਥੇਬੰਦੀਆਂ ਨਾਲ? ਮੈਂ ਇੱਕ ਵਾਰ ਚੀਜ਼ ਕਲੀਅਰ ਕਰਾਂ ਵੀ ਅਸੀਂ ਅੱਜ ਕੋਈ ਵੀ ਜਥੇਬੰਦੀ ਦਾ ਨੁਮਾਇੰਦਾ ਨਹੀਂ ਸੱਦਿਆ ਜੀ। ਜਿਹੜੀਆਂ ਅਲੱਗ ਜਥੇਬੰਦੀਆਂ ਆਲਰੇਡੀ ਸੇਵਾਵਾਂ ਕਰ ਰਹੀਆਂ ਨਹੀਂ ਸੱਦਿਆ। ਕਾਰਨ ਅਸੀਂ ਜਥੇਬੰਦੀ ਅਨਾਉਂਸ ਕਰਨੀ ਸੀ, ਮਰਜ ਨਹੀਂ ਸੀ ਕਰਨੀ ਕੋਈ ਵੀ, ਕਿਉਂਕਿ ਬੇਸ਼ੱਕ ਸਾਡੀਆਂ ਗੱਲਾਂ ਚੱਲ ਰਹੀਆਂ ਨੇ, ਸਾਡਾ ਸਿਸਟਮ ਚੱਲ ਰਿਹਾ ਵਾ ਵੀ ਅਸੀਂ ਮਰਜ ਕਰਾਂਗੇ, ਕੁਝ ਜਥੇਬੰਦੀਆਂ ਮਰਜ ਸਾਡੇ ਨਾਲ ਕਰਨਗੀਆਂ ਵੀ, ਪਰ ਉਹ ਆਉਣ ਵਾਲੇ ਭਵਿੱਖ ਦੇ ਸਮੇਂ 'ਚ। ਅੱਜ ਜਥੇਬੰਦੀਆਂ ਦੇ ਕਿਸੇ ਆਗੂ ਨੂੰ ਨਾ ਬੁਲਾਉਣ ਦਾ ਕਾਰਨ ਇਹ ਸੀ ਕਿਉਂਕਿ ਕਿਤੇ ਨਾ ਕਿਤੇ ਫਿਰ ਗਲਤਫਹਿਮੀ ਪੈਦਾ ਹੋ ਜਾਂਦੀ ਕਿ ਸ਼ਾਇਦ ਜਥੇਬੰਦੀਆਂ ਮਰਜ ਹੋ ਰਹੀਆਂ ਨੇ ਜਾਂ ਕੋਈ ਹੋਰ ਸਿਸਟਮ ਕਿਤੇ ਦਾ ਮਨ 'ਚ ਆਉਂਦਾ। ਸੋ ਨਹੀਂ, ਅਸੀਂ ਉਹ ਜਥੇਬੰਦੀਆਂ ਦੇ ਆਗੂ ਨਹੀਂ ਸੱਦੇ, ਕੋਈ ਨੁਮਾਇੰਦਾ ਨਹੀਂ ਸੱਦਿਆ। ਜਿਹੜੇ ਸੇਵਾਦਾਰ ਨਾਲ ਜਥੇਬੰਦੀਆਂ ਦੇ ਅਲੱਗ-ਅਲੱਗ ਸੇਵਾ ਕਰਦੇ ਨੇ ਉਹ ਸਾਰੇ ਆਏ ਨੇ, ਤੇ ਜਿਹੜੇ ਨੌਜਵਾਨ ਨਿਊਟਰਲ ਨੇ ਜਿਹੜੇ ਆਪਣੇ ਪੱਧਰ 'ਤੇ ਸੇਵਾਵਾਂ ਕਰਦੇ ਨੇ ਉਹ ਆਏ ਨੇ। ਸਿੱਖ ਯੂਥ ਆਫ ਪਾਵਰ ਪੰਜਾਬ ਜਿਹੜੀ ਤੁਸੀਂ ਜਥੇਬੰਦੀ ਹੋਂਦ 'ਚ ਲੈਂਦੇ, ਕੋਈ ਉਮਰ ਹੱਦ ਤੈਅ ਕੀਤੀ ਕਿ ਇੰਨੀ ਤੱਕ ਸੇਵਾ ਨਿਭਾ ਸਕਦਾ ਕਿ ਕੋਈ ਵੀ ਉਮਰ ਹੱਦ ਆ ਸਕਦਾ? ਨਹੀਂ, ਬਿਲਕੁਲ ਜੀ, ਜਦੋਂ ਵੀ ਕੋਈ ਘਾਟ ਕਿਸੇ ਵਿੱਚ ਲੱਗਦੀ ਆ ਤੇ ਉਹਦੇ ਉੱਪਰ ਜਿਹੜੀਆਂ ਜ਼ਿਲ੍ਹਾ ਵਾਈਜ਼ ਪ੍ਰਧਾਨ ਲੈ ਜਾਣਗੇ ਸਾਰੇ, ਉਹ ਇਕੱਠੇ ਹੋ ਕਰਕੇ ਉਹ ਘਾਟ ਜਿਹੜੀ ਆ ਉਹ ਦੱਸੀ ਜਾਵੇਗੀ, ਉਹਦੀ ਗਲਤੀ ਜਿਹੜੀ ਆ ਉਹ ਕਰਕੇ ਤੇ ਉਹਨੂੰ ਜਿਹੜਾ ਸੇਵਾ ਤੋਂ ਮੁਕਤ ਕੀਤਾ ਜਾ ਸਕਦਾ ਜੀ। ਸਿੱਖ ਯੂਥ ਜਥੇਬੰਦੀ ਬਣ ਰਹੀ ਹੈ, ਇਹ 'ਚ ਕੋਈ ਉਮਰ ਹੱਦ ਰੱਖੀ ਤੁਸੀਂ ਕਿ ਇੰਨੀ ਉਮਰ ਤੱਕ ਸੇਵਾ? ਹਾਂ ਬਿਲਕੁਲ ਜੀ, ਜੇ ਯੂਥ ਦੀ ਆ ਤੇ ਜਿਹੜੀ ਯੂਥ ਦੀ ਲਿਮਟ ਹੁੰਦੀ ਆ ਉਸ ਤੱਕ ਸੀਮਤ ਰਹੂਗੀ ਜੀ। ਧੰਨਵਾਦ ਜੀ। ਇਹ ਸਰ ਪਰਮਜੀਤ ਸਿੰਘ ਅਕਾਲੀ ਜੀ ਤੇ ਹੋਰ ਵੀਰਾਂ ਨਾਲ ਗੱਲਬਾਤ ਕੀਤੀ ਆ। ਸਿੱਖ ਯੂਥ ਆਫ ਪਾਵਰ ਬਣਾਉਣ ਦਾ ਕੀ ਮਕਸਦ ਸੀ, ਉਹਨਾਂ ਨੇ ਸਪਸ਼ਟ ਤੌਰ ਤੇ ਦੱਸਿਆ ਕਿ ਕਿਸੇ ਜਥੇਬੰਦੀ ਨੂੰ ਮਰਜ ਨਹੀਂ ਕੀਤਾ ਜਾ ਰਿਹਾ, ਸਾਰਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਾ ਰਿਹਾ ਵਾ। ਕੇਵਲ ਸਿੱਖ ਯੂਥ ਆਫ ਪਾਵਰ ਪੰਜਾਬ ਜਥੇਬੰਦੀ ਦੇ ਨਾਲ ਰਲੇਵਾਂ ਕਰਕੇ ਉਹ ਆਪਣੀਆਂ ਸੇਵਾਵਾਂ ਦੇ ਸਕਦੇ ਆ। ਵੇਖਦੇ ਆ ਸਿੱਖ ਯੂਥ ਆਫ ਪਾਵਰ ਪੰਜਾਬ ਜਥੇਬੰਦੀ ਜਿਹੜੀ ਹੋਂਦ ਵਿੱਚ ਆਈ ਆ, ਆਉਣ ਸਮੇਂ ਤੇ ਕਿਸ ਤਰ੍ਹਾਂ ਸੇਵਾਵਾਂ ਦਿੰਦੀ ਆ। ਸਾਰੀਆਂ ਜੋ ਪੰਥਕ ਧਿਰਾਂ ਹੈਗੀਆਂ ਵਾ, ਜਿਵੇਂ ਪਰਮਜੀਤ ਸਿੰਘ ਅਕਾਲੀ ਜੀ ਨੇ ਦੱਸਿਆ ਹੈਗਾ ਵਾ, ਭੁਪਿੰਦਰ ਸਿੰਘ ਛੇ ਜੀ ਨੇ ਦੱਸਿਆ, ਹੋਰ ਵੀਰਾਂ ਨੇ ਵੀ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਇਕੱਤਰ ਹੋ ਕੇ ਵੱਖੋ ਵੱਖਰੇ ਥਾਵਾਂ ਤੇ, ਜਿਵੇਂ ਕਿ ਮਾਝੇ ਦੇ ਵਿੱਚ ਹੀ ਇਹਨਾਂ ਦੱਸਿਆ ਕਿ ਸੇਵਾਵਾਂ ਕਰ ਰਹੇ ਸੀ, ਪਰ ਅਸੀਂ ਪੂਰੇ ਜ਼ਿਲ੍ਹਿਆਂ ਦੇ ਸੇਵਾਵਾਂ ਦੇਣ ਨੂੰ ਕਾਹਲੇ ਸੀ, ਪਰ ਹੁਣ ਸਾਰਿਆਂ ਜ਼ਿਲ੍ਹਿਆਂ ਦੇ ਸੇਵਾਵਾਂ ਦੇਣਗੇ। ਵੇਖਦੇ ਆ ਆਉਣ ਸਮੇਂ ਦੇ ਵਿੱਚ ਇੱਕ ਸਿੱਖ ਯੂਥ ਆਫ ਪਾਵਰ ਪੰਜਾਬ ਕਿਹੋ ਜਿਹੀਆਂ ਸੇਵਾਵਾਂ ਪ੍ਰਦਾਨ ਕਰਦੀ ਆ ਤੇ ਪੰਥਕ ਮਸਲਿਆਂ ਤੇ ਕਿਸ ਤਰ੍ਹਾਂ ਦਾ ਸਹਾਰਾ ਲੈਂਦੀ ਹੈ। ਤੇ ਜੇ ਆਪਾਂ ਬੇਅਦਬੀ ਘਟਨਾਵਾਂ ਦੀ ਗੱਲ ਕਰਦੇ ਆ ਤੇ ਜਾਂ ਨਸ਼ੇ ਦੀ ਗੱਲ ਕਰਦੇ ਆ, ਇਹਦੇ ਵਿੱਚ ਸਿੱਖ ਯੂਥ ਆਫ ਪਾਵਰ ਆਫ ਪੰਜਾਬ ਦਾ ਕਿੰਨਾ ਕੁ ਵੱਡਾ ਯੋਗਦਾਨ ਆਉਂਦਾ ਨਸ਼ਿਆਂ ਦੀ ਕ੍ਰਹਿ ਤੋਂ ਨੌਜਵਾਨਾਂ ਨੂੰ ਦੂਰ ਕਰਨ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।